ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਇੰਡੀਅਨ ਪੋਲਿਟੀ ਦੇ ਜਿਹੜੇ ਹੈਗੇ ਆਗੇ 20 MCQ, ਜੋ ਕਿ ਪਾਰਟ ਨੰਬਰ ਆਪਣਾ 9 ਰਹਿਣਗੇ। ਇਸ ਤੋਂ ਪਹਿਲਾਂ ਆਪਣੇ ਜਿਹੜੇ ਹੈ 8 ਪਾਰਟ ਕੰਪਲੀਟ ਹੋ ਚੁੱਕੇ ਹੈ, ਉਹ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੈਗੇ ਹੋ। ਸੋ ਇਹ ਸਾਰੇ ਹੀ ਸੈਸ਼ਨ ਜਿਹੜੇ ਆ ਉਹ TCS ਲੈਵਲ ਅਤੇ ਇਸ ਤੋਂ ਇਲਾਵਾ ਹੋਰ ਕਾਫੀ ਸਾਰੇ ਐਗਜ਼ਾਮ ਨੂੰ ਆਪਾਂ ਜਿਹੜਾ ਹੈ ਧਿਆਨ ਦੇ ਵਿੱਚ ਰੱਖਦੇ ਹੋਏ ਕ੍ਰੀਏਟ ਕੀਤੇ ਆ, ਕਿਉਂਕਿ ਲਗਭਗ ਇਹ ਸਾਰੇ ਐਗਜ਼ਾਮ ਦੇ ਵਿੱਚ ਕਿਸੇ ਨਾ ਕਿਸੇ ਦੇ ਵਿੱਚ ਆਏ ਹੋਏ ਹੈਗੇ ਨੇਗੇ। ਸੋ ਇਸ ਕਰਕੇ ਕੁਐਸਚਨ ਸਾਰੇ ਦੇ ਸਾਰੇ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੇ ਨੇਗੇ। ਸੋ ਇਹ ਤਕਰੀਬਨ ਆਪਣੇ 4000 MCQ ਦੀ ਸੀਰੀਜ਼ ਰਹੇਗੀ, ਜਿਸ ਦੇ ਵਿੱਚ ਵੱਖਰੇ ਵੱਖਰੇ ਟਾਈਪ ਦੇ ਕੁਐਸਚਨ ਜੋ ਵੱਖਰੇ ਵੱਖਰੇ ਐਗਜ਼ਾਮ ਦੇ ਵਿੱਚ ਆਏ ਹੋਏ ਆ, ਸੋ ਉਹਨਾਂ ਨੂੰ ਆਪਾਂ ਇਸ ਦੇ ਵਿੱਚ ਕਵਰ ਕਰਾਂਗੇ। ਓਕੇ, WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੈਗੇ ਹੋ, ਜਿੱਥੇ ਤੁਹਾਨੂੰ ਸਾਰੀਆਂ ਕਲਾਸਾਂ ਦੀ ਨੋਟੀਫਿਕੇਸ਼ਨ ਪਲੱਸ ਇਸ ਤੋਂ ਇਲਾਵਾ ਹੋਰ ਕਾਫੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾਂਦੀ ਹੈਗੀ ਹੈ। ਸੋ ਡੇਲੀ ਲਾਈਵ ਕਲਾਸ ਦੀ ਜਿਹੜੀ ਟਾਈਮਿੰਗ ਹੈ ਸੋ 8 ਵਜੇ ਹੈ। ਸੋ ਕੱਲ੍ਹ ਅਤੇ ਅੱਜ ਦੀ ਆਪਣੇ ਕੋਲ 2 ਦਿਨ ਜਿਹੜੇ ਹੈ ਇੰਟਰਨੈਟ ਦੀ ਪ੍ਰੋਬਲਮ ਚੱਲ ਰਹੀ ਹੈਗੀ। ਸੋ ਇਸ ਕਰਕੇ ਵੀਡੀਓ ਜੋ ਮੈਂ ਫ਼ੋਨ ਦੇ ਉੱਪਰ ਹੀ ਅਪਲੋਡ ਕਰ ਰਿਹਾ ਹੈਗਾ ਗਾ, ਕਿਉਂਕਿ ਜੋ ਇੰਟਰਨੈਟ ਕਨੈਕਸ਼ਨ ਹੈ ਵਾਈਫਾਈ ਵਾਲਾ, ਸੋ ਉਸ ਦੀ ਜਿਹੜੀ ਵਾਇਰ ਵਗੈਰਾ ਉਹ ਕੱਟ ਹੋ ਗਈ ਹੈ, ਜਿਸ ਦੇ ਕਾਰਨ ਕਰਕੇ ਆਪਣਾ ਨੈਟ ਜੋ ਬੰਦ ਹੈ ਔਰ ਵਾਈਫਾਈ ਤੋਂ ਬਿਨਾਂ ਜਿਹੜੀ ਆਪਣੀ ਲਾਈਵ ਸਟਰੀਮ ਉਹ ਨਹੀਂ ਹੋ ਪਾਉਂਦੀ ਹੁੰਦੀ ਹੈਗੀ। ਸੋ ਇਸ ਲਈ ਮੈਨੂੰ ਅੱਜ ਜਿਹੜਾ ਹੈ ਆਫਲਾਈਨ ਹੀ ਅਪਲੋਡ ਕਰ ਰਿਹਾ ਹਾਂ, ਤਾਂ ਕਿ ਆਪਣੀ ਜਿਹੜੀ ਕਲਾਸ ਹੈ ਉਹ ਮਿਸ ਨਾ ਹੋਵੇ। ਸੋ ਇਸ ਕਾਰਨ ਕਰਕੇ ਮੈਂ ਇਸ ਨੂੰ ਆਫਲਾਈਨ ਹੀ ਅਪਲੋਡ ਕਰ ਰਿਹਾ, ਤਾਂ ਕਿ ਤੁਸੀਂ ਜਿਹੜਾ ਹੈ ਇਸ ਕਲਾਸ ਨੂੰ ਕੰਟੀਨਿਊ ਰੱਖ ਸਕੋ, ਮਤਲਬ ਤੁਹਾਡਾ ਜਿਹੜਾ ਸੈਸ਼ਨ ਹੈ ਉਹ ਮਿਸ ਨਾ ਹੋਵੇ। ਸੋ ਆਪਣੇ ਡੇਲੀ ਕਲਾਸਿਸ ਜਿਹੜੀਆਂ ਹੁੰਦੀਆਂ ਜੀਓਗ੍ਰਾਫੀ, ਹਿਸਟਰੀ ਤੇ ਪੋਲੀਟੀਕਲ ਦੀਆਂ, ਇਹ ਲਾਈਵ ਕਲਾਸ ਹੁੰਦੀ ਹੈ ਡੇਲੀ 8 ਵਜੇ। ਇਹਨਾਂ ਦੇ ਵਿੱਚ ਇੱਕ ਸਬਜੈਕਟ ਦੀ ਆਪਣੀ ਲਾਈਵ ਕਲਾਸ ਰਹਿੰਦੀ ਹੈਗੀ ਹੈ। ਕੱਲ੍ਹ ਤੱਕ ਹੋ ਸਕਦਾ ਹੈ ਕਿ ਆਪਣੀ ਇੰਟਰਨੈਟ ਸਰਵਿਸ ਜਿਹੜੀ ਉਹ ਠੀਕ ਹੋ ਜਾਵੇ ਅਤੇ ਆਪਾਂ ਮੰਡੇ ਤੋਂ ਫਿਰ ਜਿਹੜਾ ਹੈਗਾ ਲਾਈਵ ਕਲਾਸ ਹੀ ਰੱਖਾਂਗੇ। ਪਰ ਜੇਕਰ ਕਿਸੇ ਕਾਰਨ ਕਰਕੇ ਨਾ ਹੋ ਪਿਆ ਤਾਂ ਉਸ ਦਿਨ ਵੀ ਜਿਹੜਾ ਮੈਂ ਆਫਲਾਈਨ ਹੀ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗਾ, ਪਰ ਹੋ ਸਕਦਾ ਹੈ ਕਿ ਜਲਦੀ ਹੀ ਤੁਹਾਨੂੰ ਜਿਹੜਾ ਹੈਗਾ ਲਾਈਵ ਸੈਸ਼ਨ ਦੇ ਵਿੱਚ ਮੈਂ ਇਹ ਪ੍ਰੋਵਾਈਡ ਕਰ ਸਕਾਂ। ਓਕੇ, ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਫਸਟ ਕੁਐਸਚਨ ਹੈ ਅੱਜ ਦਾ ਆਪਣਾ, ਰਾਜਾਂ ਦੇ ਐਡਵੋਕੇਟ ਜਨਰਲ ਦੀ ਨਿਯੁਕਤੀ ਕੌਣ ਕਰਦਾ ਹੈ? ਰਾਜ ਦੇ ਰਾਜਪਾਲ ਕਰਦੇ ਆ, ਰਾਜ ਦੇ ਮੁੱਖ ਮੰਤਰੀ ਕਰਦੇ ਆ, ਹਾਈ ਕੋਰਟ ਦੇ ਚੀਫ ਜਸਟਿਸ ਕਰਦੇ ਹੈਗੇ ਆ, ਜਾਂ ਰਾਸ਼ਟਰਪਤੀ ਕਰਦੇ ਹੈਗੇ ਆ। ਸੋ ਰਾਜਾਂ ਦੇ ਵਿੱਚ ਜਿਹੜੇ ਐਡਵੋਕੇਟ ਜਨਰਲ ਹੁੰਦੇ ਹੈਗੇ ਆ, ਸੋ ਉਹਨਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ, ਅਪੁਆਇੰਟਮੈਂਟ ਕੀਤੀ ਜਾਂਦੀ ਹੈ ਰਾਜ ਦੇ ਰਾਜਪਾਲ ਦੇ ਦੁਆਰਾ। ਸੇਮ ਚੀਜ਼ ਜੇਕਰ ਆਪਾਂ ਸੈਂਟਰ ਦੇ ਵਿੱਚ ਲੈ ਜਾਵਾਂਗੇ ਕਿ ਕੇਂਦਰ ਦਾ ਜਿਹੜਾ ਐਡਵੋਕੇਟ ਜਨਰਲ ਹੁੰਦਾ ਹੈ, ਸੋ ਉਸ ਦੀ ਨਿਯੁਕਤੀ ਕੌਣ ਕਰੇਗਾ? ਤਾਂ ਉਸ ਦੀ ਨਿਯੁਕਤੀ ਰਾਸ਼ਟਰਪਤੀ ਕਰੇਗਾ। ਜਿਹੜੀਆਂ ਨਿਯੁਕਤੀਆਂ ਸੈਂਟਰ ਦੇ ਵਿੱਚ ਜਿਹੜਾ ਹੈ ਰਾਸ਼ਟਰਪਤੀ ਕਰਦਾ ਹੈ, ਉਹੀ ਨਿਯੁਕਤੀਆਂ ਸਾਰੀਆਂ ਰਾਜ ਦੇ ਵਿੱਚ ਰਾਜਪਾਲ ਕਰਦਾ ਹੁੰਦਾ। ਸੋ ਇਸ ਕਰਕੇ ਇਹਨੂੰ ਤੁਸੀਂ ਸਿੰਪਲ ਜਿਹਾ ਹੈ ਕਿ ਜੇਕਰ ਤੁਹਾਨੂੰ ਰਾਸ਼ਟਰਪਤੀ ਦੀਆਂ ਨਿਯੁਕਤੀਆਂ ਦਾ ਪਤਾ ਤਾਂ ਤੁਸੀਂ ਸਾਰੇ ਰਾਜਪਾਲਾਂ ਦੀਆਂ ਵੀ ਯਾਦ ਰੱਖ ਸਕਦੇ ਹੋ। ਜੇਕਰ ਤੁਹਾਨੂੰ ਰਾਜਪਾਲ ਦੀਆਂ ਨਿਯੁਕਤੀਆਂ ਦਾ ਪਤਾ ਹੈ ਤਾਂ ਤੁਸੀਂ ਰਾਸ਼ਟਰਪਤੀ ਦੀਆਂ ਸਾਰੀਆਂ ਨਿਯੁਕਤੀਆਂ ਨੂੰ ਆਸਾਨੀ ਦੇ ਨਾਲ ਜਿਹੜਾ ਹੈ ਉਹ ਯਾਦ ਰੱਖ ਸਕਦੇ ਹੋ। ਸੋ ਰਾਜ ਦੇ ਵਿੱਚ ਐਡਵੋਕੇਟ ਜਨਰਲ ਦੀ ਜਿਹੜੀ ਨਿਯੁਕਤੀ ਹੈ ਉਹ ਆਰਟੀਕਲ 165 ਦੇ ਅਧੀਨ ਹੈ, ਯਾਨੀ ਕਿ 165 ਨੰਬਰ ਆਰਟੀਕਲ ਦੇ ਵਿੱਚ ਐਡਵੋਕੇਟ ਜਨਰਲ ਦੀ ਵਿਵਸਥਾ ਕੀਤੀ ਗਈ ਹੈ, ਜੋ ਕਿ ਰਾਜ ਸਰਕਾਰ ਦਾ ਇੱਕ ਕਾਨੂੰਨੀ ਸਲਾਹਕਾਰ ਹੁੰਦਾ ਹੈਗਾ ਅਤੇ ਰਾਜ ਦਾ ਸਭ ਤੋਂ ਉੱਚਾ ਕਾਨੂੰਨ ਅਧਿਕਾਰੀ ਹੁੰਦਾ ਹੈਗਾ। ਸੋ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਿ ਕਿਸੇ ਵੀ ਰਾਜ ਦਾ ਸਭ ਤੋਂ ਉੱਚਾ ਕਾਨੂੰਨ ਅਧਿਕਾਰੀ ਜਿਹੜਾ ਹੈ ਉਹ ਕੌਣ ਹੁੰਦਾ ਹੈ? ਤਾਂ ਉਹ ਹੁੰਦਾ ਜੀ ਐਡਵੋਕੇਟ ਜਨਰਲ। ਸੋ ਇਸ ਦਾ ਜਿਹੜਾ ਮੁੱਖ ਕੰਮ ਹੁੰਦਾ ਹੈਗਾ ਉਹ ਰਾਜ ਸਰਕਾਰ ਨੂੰ ਕਾਨੂੰਨੀ ਮਾਮਲਿਆਂ ਦੇ ਵਿੱਚ ਸਹਾਇਤਾ ਦੇਣਾ ਇਸ ਦਾ ਸਭ ਤੋਂ ਪ੍ਰਮੁੱਖ ਕੰਮ ਹੁੰਦਾ ਹੈਗਾ, ਜਿਸ ਦੀ ਨਿਯੁਕਤੀ ਜਿਹੜੀ ਹੈਗੀ ਉਹ ਰਾਜਪਾਲ ਦੇ ਦੁਆਰਾ ਕੀਤੀ ਜਾਂਦੀ ਹੈ। ਉਸੇ ਤਰੀਕੇ ਦੇ ਨਾਲ ਜਿਹੜੇ ਕੇਂਦਰ ਦੇ ਵਿੱਚ ਐਡਵੋਕੇਟ ਜਨਰਲ ਹੁੰਦੇ ਆ, ਸੋ ਉਹਨਾਂ ਦੀ ਨਿਯੁਕਤੀ ਜਿਹੜੀ ਹੈ ਉਹ ਰਾਸ਼ਟਰਪਤੀ ਦੇ ਦੁਆਰਾ ਕੀਤੀ ਜਾਂਦੀ ਹੈ। ਕੁਝ ਪ੍ਰਮੁੱਖ ਐਡਵੋਕੇਟ ਜਨਰਲ ਜਿਹੜੇ ਆ ਵਰਤਮਾਨ ਸਮੇਂ ਕੰਮ ਕਰ ਰਹੇ ਨੇ, ਜੋ ਕਿ 2023 ਦੇ ਅਕੋਰਡਿੰਗ ਆਪਾਂ ਗੱਲ ਕਰੀਏ ਸਤੰਬਰ ਮਹੀਨੇ ਦੇ ਅਕੋਰਡਿੰਗ, ਤਾਂ ਉਹਨਾਂ ਦੇ ਵਿੱਚ ਵਰਤਮਾਨ ਸਮੇਂ ਪੰਜਾਬ ਦਾ ਜਿਹੜਾ ਹੈ ਐਡਵੋਕੇਟ ਜਨਰਲ ਹੈ ਉਹ ਵਿਨੋਦ ਘਈ ਹੈ। ਰਾਜਸਥਾਨ ਦਾ ਵਰਤਮਾਨ ਸਮੇਂ ਐਡਵੋਕੇਟ ਜਨਰਲ ਮਹਿੰਦਰ ਸਿੰਘ ਵੀ ਹੈ। ਉੱਤਰ ਪ੍ਰਦੇਸ਼ ਦਾ ਹੈ ਜੀ ਅਜੇ ਕੁਮਾਰ ਮਿਸ਼ਰ। ਉੱਤਰਾਖੰਡ ਦਾ ਜਿਹੜਾ ਹੈ SN ਬਾਬੁਲਕਰ ਅਤੇ ਗੁਜਰਾਤ ਦਾ ਹੈ ਕਮਲ ਤ੍ਰਿਵੇਦੀ। ਹਰਿਆਣੇ ਦਾ ਹੈ BR ਮਹਾਜਨ ਅਤੇ ਹਿਮਾਚਲ ਪ੍ਰਦੇਸ਼ ਦਾ ਜੀ ਅਸ਼ੋਕ ਸ਼ਰਮਾ। ਇਹ ਕੁਝ ਪ੍ਰਮੁੱਖ ਵਰਤਮਾਨ ਸਮੇਂ ਜੋ ਆਪਣੇ ਗਵੰਡੀ ਰਾਜ ਨੇ ਉਹਨਾਂ ਦੇ ਮੈਂ ਐਡ ਕੀਤੇ ਨੇ। ਬਾਕੀਆਂ ਦੇ ਆਪਾਂ ਥਿਊਰੀ ਦੇ ਵਿੱਚ ਡਿਸਕਸ ਕਰਾਂਗੇ ਕਿ ਕਿੱਥੇ ਕੌਣ ਜਿਹੜੇ ਇਹ ਕੰਮ ਕਰ ਰਹੇ ਹੈਗੇ। ਸਪੈਸ਼ਲੀ ਪੰਜਾਬ ਦਾ ਯਾਦ ਰੱਖਣਾ ਹੈ, ਹਰਿਆਣੇ ਦਾ ਰੱਖਣਾ ਹੈਗਾ ਅਤੇ ਹਿਮਾਚਲ ਪ੍ਰਦੇਸ਼ ਦਾ ਤੁਸੀਂ ਯਾਦ ਰੱਖਣਾ ਹੈ, ਕਿਉਂਕਿ ਪੰਜਾਬ ਦੇ ਵਿੱਚ ਇੱਥੋਂ ਤੱਕ ਹੋ ਸਕਦਾ ਹੈ, ਹਾਲਾਂਕਿ ਪੁੱਛਿਆ ਕੁਝ ਵੀ ਜਾ ਸਕਦਾ ਹੁੰਦਾ ਹੈ। ਓਕੇ, ਨੈਕਸਟ 162 ਨੰਬਰ, ਹੇਠ ਦਿੱਤੇ ਕਥਨਾਂ ਦੇ ਵਿੱਚੋਂ ਕਿਹੜਾ ਸਹੀ ਹੈ? ਕੋਰਟ ਮਾਰਸ਼ਲ ਦੇ ਦੁਆਰਾ ਦਿੱਤੀ ਗਈ ਸਜ਼ਾ ਜਾਂ ਸਜ਼ਾ ਦੇ ਸਬੰਧ ਦੇ ਵਿੱਚ ਰਾਜਪਾਲ ਨੂੰ ਮਾਫੀ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਦੂਸਰਾ ਆਪਸ਼ਨ ਹੈ ਰਾਸ਼ਟਰਪਤੀ ਕੋਲ ਕੋਰਟ ਮਾਰਸ਼ਲ ਦੁਆਰਾ ਦਿੱਤੀ ਗਈ ਸਜ਼ਾ ਜਾਂ ਸਜ਼ਾ ਦੇ ਸਬੰਧ ਦੇ ਵਿੱਚ ਮਾਫੀ ਦੇਣ ਦਾ ਅਧਿਕਾਰ ਨਹੀਂ ਹੈ। ਤੀਸਰਾ ਹੈ ਰਾਜਪਾਲ ਕੋਲੇ ਮੌਤ ਦੀ ਸਜ਼ਾ ਦੇ ਮਾਮਲੇ ਦੇ ਵਿੱਚ ਮਾਫੀ ਦੇਣ ਦਾ ਅਧਿਕਾਰ। ਅਤੇ ਚੌਥਾ ਹੈ ਜੀ ਰਾਜਪਾਲ ਕੋਲ ਮੌਤ ਦੀ ਸਜ਼ਾ ਨੂੰ ਮੁਅੱਤਲ ਕਰਨ, ਮਾਫ ਕਰਨ ਅਤੇ ਘਟਾਉਣ ਦਾ ਕੋਈ ਅਧਿਕਾਰ ਜਿਹੜਾ ਹੈ ਉਹ ਨਹੀਂ ਹੈਗਾ ਇਹਨਾਂ ਦੇ ਵਿੱਚੋਂ। ਸੋ ਕਰੈਕਟ ਆਨਸਰ ਦਾ ਰਹੂਗਾ A ਆਨਸਰ। ਸੋ
ਕੋਰਟ ਮਾਰਸ਼ਲ ਦੇ ਦੁਆਰਾ ਦਿੱਤੀ ਗਈ ਸਜ਼ਾ ਜਾਂ ਸਜ਼ਾ ਦੇ ਸਬੰਧ ਦੇ ਵਿੱਚ ਰਾਜਪਾਲ ਨੂੰ ਮਾਫੀ ਦੇਣ ਦਾ ਕੋਈ ਅਧਿਕਾਰ ਜਿਹੜਾ ਉਹ ਨਹੀਂ ਦਿੱਤਾ ਗਿਆ, ਕਿਉਂਕਿ ਇਹ ਅਧਿਕਾਰ ਜਿਹੜਾ ਉਹ ਰਾਜਪਾਲ ਕੋਲੇ ਨਹੀਂ ਹੈਗਾ। ਇਹ ਜ਼ਿਆਦਾਤਰ ਜਿਹੜਾ ਹੈਗਾ ਰਾਸ਼ਟਰਪਤੀ ਕੋਲੇ ਹੈ, ਕਿਉਂਕਿ ਉਹੀ ਜਿਹੜਾ ਹੈ ਕਿਸੇ ਦੀ ਵੀ ਸਜ਼ਾ ਜਿਹੜੀ ਮਾਫ ਕਰ ਸਕਦਾ। ਵੈਸੇ ਰਾਜਪਾਲ ਨੂੰ ਜਿਹੜਾ ਹੈ ਇਹ ਅਧਿਕਾਰ ਉਹ ਨਹੀਂ ਪ੍ਰੋਵਾਈਡ ਕੀਤਾ ਗਿਆ ਹੈਗਾ। ਆਰਟੀਕਲ 72 ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਦੀ ਜਿਹੜੀ ਮਾਫੀ ਕਰਨ ਦੀ ਜਿਹੜੀ ਸ਼ਕਤੀ ਹੈਗੀ ਉਹ ਰਾਜਪਾਲ ਦੇ ਨਾਲੋਂ ਅਧਿਕ ਹੈ, ਕਿਉਂਕਿ ਆਰਟੀਕਲ 161 ਦੇ ਵਿੱਚ ਜਿਹੜਾ ਰਾਈਟ ਰਾਜਪਾਲ ਨੂੰ ਦਿੱਤਾ ਗਿਆ ਹੈ ਉਸ ਦੇ ਅਧੀਨ ਜਿਹੜਾ ਹੈਗਾ ਉਹ ਸਜ਼ਾ ਮਾਫੀ ਨਹੀਂ ਕਰ ਸਕਦਾ, ਬਟ ਰਾਸ਼ਟਰਪਤੀ ਜਿਹੜਾ ਹੈਗਾ ਉਹ ਕਿਸੇ ਦੀ ਵੀ ਜਿਹੜੀ ਹੈ ਮੌਤ ਦੀ ਸਜ਼ਾ ਨੂੰ ਮਾਫ ਕਰ ਸਕਦਾ ਹੁੰਦਾ ਹੈ। ਸੋ ਇਸ ਮਾਮਲੇ ਦੇ ਵਿੱਚ ਜਿਹੜਾ ਰਾਸ਼ਟਰਪਤੀ ਹੈ ਉਹ ਜ਼ਿਆਦਾ ਪਾਵਰਫੁਲ ਹੁੰਦਾ ਹੈਗਾ ਰਾਜਪਾਲ ਦੇ ਨਾਲੋਂ, ਕਿਉਂਕਿ ਰਾਜਪਾਲ ਕੋਲੇ ਉਨੇ ਰਾਈਟਸ ਨਹੀਂ ਹੁੰਦੇ ਕਿਸੇ ਨੂੰ ਵੀ ਮਾਫੀ ਨੂੰ ਲੈ ਕੇ। ਔਰ ਸਪੈਸ਼ਲੀ ਇਸ ਦੇ ਵਿੱਚ ਇਹ ਹੁੰਦਾ ਹੈ ਕਿ ਜਦੋਂ ਵੀ ਕਿਤੇ ਰਾਜਪਾਲ ਦੇ ਦੁਆਰਾ ਕੋਈ ਸਜ਼ਾ ਮਾਫ ਕਰਨੀ ਹੁੰਦੀ ਤਾਂ ਉਹਦੇ ਵਿੱਚ ਛੋਟੀਆਂ-ਮੋਟੀਆਂ ਜਿਹੜੀਆਂ ਸਜ਼ਾਵਾਂ ਹੋ ਸਕਦੀਆਂ ਨੇ, ਬਟ ਮੌਤ ਦੀ ਸਜ਼ਾ ਨੂੰ ਜਿਹੜਾ ਹੈ ਇਸ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਨੈਕਸਟ ਹੈ ਆਰਟੀਕਲ 163, ਕੁਐਸਚਨ ਨੰਬਰ 163, ਭਾਰਤ ਦੇ ਰਾਸ਼ਟਰਪਤੀ ਉੱਪਰ ਮਹਾਦੋਸ਼ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ। ਸੋ ਰਾਜ ਸਭਾ ਵਿੱਚ ਪਰ ਲੋਕ ਸਭਾ ਦੇ ਵਿੱਚ ਨਹੀਂ, ਸੰਸਦ ਦੇ ਕਿਸੇ ਵੀ ਸਦਨ ਦੇ ਵਿੱਚ, ਲੋਕ ਸਭਾ ਦੇ ਵਿੱਚ ਪਰ ਰਾਜ ਸਭਾ ਦੇ ਵਿੱਚ ਨਹੀਂ, ਜਾਂ ਫਿਰ ਲੋਕ ਸਭਾ, ਰਾਜ ਸਭਾ ਜਾਂ ਫਿਰ ਕੋਈ ਵੀ ਰਾਜ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਸ ਦੇ ਵਿੱਚ ਇਸ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਸੋ ਭਾਰਤ ਦਾ ਜਿਹੜਾ ਰਾਸ਼ਟਰਪਤੀ ਹੈ ਉਹਨੂੰ ਕੁਝ ਮਾਮਲਿਆਂ ਦੇ ਵਿੱਚ ਜਿਹੜਾ ਹੈ ਉਸਦੇ ਅਹੁਦੇ ਤੋਂ ਹਟਾਉਣ ਦੀ ਜਿਹੜੀ ਹੈ ਉਹ ਸ਼ਕਤੀ ਦਿੱਤੀ ਗਈ ਹੈਗੀ ਆ, ਅਤੇ ਇਹ ਸ਼ਕਤੀ ਜਿਹੜੀ ਹੈਗੀ ਉਹ ਸੰਸਦ ਦੇ ਅੰਡਰ ਰਹਿੰਦੀ ਹੈਗੀ ਆ, ਜਿਸ ਦੇ ਵਿੱਚ ਆਪਾਂ ਮਹਾਦੋਸ਼ ਦੇ ਮੁਕੱਦਮੇ ਦੇ ਅਧੀਨ ਜਿਹੜਾ ਹੈਗਾ ਇਸ ਨੂੰ ਹਟਾ ਸਕਦੇ ਹੈਗੇ, ਜਿਸ ਨੂੰ ਕਿ ਇੰਪੀਚਮੈਂਟ ਦਾ ਜਿਹੜਾ ਹੈ ਉਹ ਨਾਮ ਦਿੱਤਾ ਜਾਂਦਾ ਹੈ। ਸੋ ਇਸ ਦੇ ਤਹਿਤ ਰਾਸ਼ਟਰਪਤੀ ਨੂੰ ਉਸ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ, ਤੇ ਜਦੋਂ ਕਿਤੇ ਵੀ ਇਹ ਮਹਾਦੋਸ਼ ਦਾ ਮੁਕੱਦਮਾ ਲਗਾਉਣਾ ਹੁੰਦਾ ਹੈ ਜਾਂ ਪ੍ਰੋਸੈਸ ਸ਼ੁਰੂ ਕਰਨਾ ਹੁੰਦਾ ਹੈ ਤਾਂ ਉਸ ਦੇ ਲਈ ਜਿਹੜਾ ਹੈ ਇਹ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ ਇਹਨਾਂ ਦੇ ਵਿੱਚੋਂ ਸੰਸਦ ਦੇ ਕਿਸੇ ਵੀ ਸਦਨ ਦੇ ਵਿੱਚ, ਕਿਉਂਕਿ ਇਹਨੂੰ ਹਟਾਉਣ ਦੀ ਜਿਹੜੀ ਪ੍ਰਕਿਰਿਆ ਹੈ ਸੰਸਦ ਦੇ ਕਿਸੇ ਵੀ ਸਦਨ ਦੇ ਵਿੱਚ ਸ਼ੁਰੂ ਕੀਤੀ ਜਾ ਸਕਦੀ ਹੈ, ਭਾਵ ਇਸ ਨੂੰ ਲੋਕ ਸਭਾ ਦੇ ਵਿੱਚ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਰਾਜ ਸਭਾ ਦੇ ਵਿੱਚ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਦੋਨਾਂ ਚੋਂ ਕਿਸੇ ਦੇ ਵਿੱਚ ਵੀ ਆਪਾਂ ਇਸ ਨੂੰ ਸ਼ੁਰੂ ਕਰ ਸਕਦੇ ਹਾਂ, ਕੋਈ ਸਪੈਸੀਫਿਕ ਨਹੀਂ ਹੈ ਕਿ ਇਹਨੂੰ ਰਾਜ ਸਭਾ ਦੇ ਵਿੱਚ ਸ਼ੁਰੂ ਕਰਨਾ ਪਊਗਾ ਜਾਂ ਫਿਰ ਲੋਕ ਸਭਾ ਦੇ ਵਿੱਚ ਸ਼ੁਰੂ ਕਰਨਾ ਪਊ, ਦੋਨਾਂ ਦੇ ਵਿੱਚੋਂ ਕਿਸੇ ਦੇ ਵਿੱਚ ਵੀ ਜਿਹੜਾ ਹੈ ਇਸ ਨੂੰ ਆਪਾਂ ਸ਼ਾਮਲ ਕਰਕੇ ਜਿਹੜਾ ਹੈ ਉਸ ਦੇ ਵਿਰੁੱਧ ਮਤਾ ਪਾਸ ਕਰ ਸਕਦੇ ਹੈਗੇ। ਪਰ ਇਹਦੇ ਲਈ ਕੁਝ ਵਿਸ਼ੇਸ਼ ਜਿਹੜੀਆਂ ਉਹ ਸ਼ਰਤਾਂ ਰੱਖੀਆਂ ਗਈਆਂ ਨੇ, ਉਹਨਾਂ ਸਥਿਤੀਆਂ ਦੇ ਵਿੱਚ ਹੀ ਜਿਹੜਾ ਹੈਗਾ ਇਹ ਮਹਾਦੋਸ਼ ਦਾ ਮੁਕੱਦਮਾ ਕੰਪਲੀਟ ਹੋ ਪਾਉਂਦਾ ਹੈ, ਨਹੀਂ ਤਾਂ ਇਹ ਕੰਪਲੀਟ ਨਹੀਂ ਹੋ ਪਾਊਗਾ। ਸੋ ਇਸ ਦੇ ਵਿੱਚ ਜਦੋਂ ਆਪਾਂ ਰਾਸ਼ਟਰਪਤੀ ਨੂੰ ਕਿਤੇ ਹਟਾਉਣਾ ਹੁੰਦਾ ਹੈ ਤਾਂ ਉਹਦੇ ਲਈ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਹੈ ਕਿ ਉਸ ਨੂੰ ਕਿਸ ਕਾਰਨ ਕਰਕੇ ਜਿਹੜਾ ਹੈ ਹਟਾਇਆ ਜਾ ਸਕਦਾ ਹੈ, ਤਾਂ ਉਸ ਨੂੰ ਹਟਾਉਣ ਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਉਹ ਇੰਪੀਚਮੈਂਟ ਦੇ ਥਰੂ ਹੁੰਦੀ ਹੈਗੀ, ਜਿਸ ਦੇ ਤਹਿਤ ਇਹ ਮੈਂਸ਼ਨ ਕੀਤਾ ਜਾਂਦਾ ਹੈ ਕਿ ਜੇਕਰ ਰਾਸ਼ਟਰਪਤੀ ਸੰਵਿਧਾਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਸਥਿਤੀ ਦੇ ਵਿੱਚ ਉਸ ਦੇ ਉੱਪਰ ਮਹਾਦੋਸ਼ ਦਾ ਮੁਕੱਦਮਾ ਲਗਾ ਦਿੱਤਾ ਜਾਊਗਾ, ਜਿਸ ਦੇ ਤਹਿਤ ਉਸ ਦੇ ਵਿਰੁੱਧ ਕੋਈ ਵੀ ਕਾਰਵਾਈ ਜਿਹੜੀ ਹੈਗੀ ਉਹ ਸੰਸਦ ਦੇ ਕਿਸੇ ਵੀ ਸਦਨ ਦੇ ਵਿੱਚ ਸ਼ੁਰੂ ਕਰਕੇ ਉਸ ਨੂੰ ਹਟਾਉਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਸ਼ੁਰੂ ਕੀਤੀ ਜਾ ਸਕਦੀ ਹੈ। ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਵੀ ਸਦਨ ਦੇ ਵਿੱਚ ਜੇਕਰ ਆਪਾਂ ਕਾਰਵਾਈ ਸ਼ੁਰੂ ਕਰਦੇ ਹੈਗੇ ਹਾਂ ਤਾਂ ਉਹਦੇ ਲਈ ਸਭ ਤੋਂ ਪਹਿਲੀ ਜ਼ਰੂਰੀ ਹੁੰਦੀ ਹੈ, ਚਾਹੇ ਉਹ ਲੋਕ ਸਭਾ ਹੈ ਤੇ ਚਾਹੇ ਫਿਰ ਉਹ ਰਾਜ ਸਭਾ ਹੈ, ਜਦੋਂ ਵੀ ਇਹ ਕਾਰਵਾਈ ਸ਼ੁਰੂ ਕਰਨੀ ਹੈਗੀ ਤਾਂ ਸਭ ਤੋਂ ਪਹਿਲਾਂ 1/4 ਮੈਂਬਰਾਂ ਦੇ ਦੁਆਰਾ ਦਸਤਖਤ ਕੀਤੇ ਜਾਣਗੇ ਕਿ ਅਸੀਂ ਇਸ ਰਾਸ਼ਟਰਪਤੀ ਦੇ ਵਿਰੁੱਧ ਜਿਹੜਾ ਹੈ ਮਹਾਦੋਸ਼ ਦਾ ਮੁਕੱਦਮਾ ਸ਼ੁਰੂ ਕਰਨ ਜਾ ਰਹੇ ਹੈਗੇ। ਉਸ ਦਾ ਅਸੀਂ ਜਿਹੜਾ ਹੈ 1/4 ਮੈਂਬਰਾਂ ਦੇ ਨਾਲ ਦਸਤਖਤ ਕਰਕੇ ਸਿਗਨੇਚਰ ਕਰਕੇ ਜਿਹੜਾ ਹੈ ਉਸ ਨੂੰ ਪਾਸ ਕਰਾਂਗੇ। ਦੈਨ ਇਸ ਤੋਂ ਬਾਅਦ ਜਿਹੜਾ ਹੈ ਜਦੋਂ ਇਹ ਕੰਪਲੀਟ ਹੋ ਜਾਵੇਗਾ ਤਾਂ ਫਿਰ ਸਾਨੂੰ 14 ਦਿਨ ਪਹਿਲਾਂ ਜਿਹੜਾ ਹੈ ਯਾਨੀ ਕਿ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਜਿਸ ਦੇ ਵਿੱਚੋਂ ਵੀ ਇਹ ਪਹਿਲਾਂ ਸ਼ੁਰੂ ਹੋਵੇਗਾ ਉਹਦੇ ਅਕੋਰਡਿੰਗ 14 ਦਿਨ ਪਹਿਲਾਂ ਉਸ ਨੂੰ ਨੋਟਿਸ ਜਿਹੜਾ ਉਹ ਦੇਣਾ ਪਊਗਾ ਕਿ ਅਸੀਂ ਇਸ ਰਾਸ਼ਟਰਪਤੀ ਨੂੰ ਇਸ ਦੇ ਅਹੁਦੇ ਤੋਂ ਹਟਾਉਣਾ ਚਾਹੁੰਦੇ ਹਾਂ, ਮੀਨਸ ਇਹਨਾਂ ਦੇ ਉੱਪਰ ਮਹਾਦੋਸ਼ ਦਾ ਮੁਕੱਦਮਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈਗਾ। ਜਦੋਂ ਇਹ ਪਹਿਲਾ ਸਟੈਪ ਪੂਰਾ ਹੋ ਜਾਂਦਾ ਹੈ ਤਾਂ ਫਿਰ ਇਹ ਦੂਸਰੇ ਸਟੈਪ ਦੇ ਵਿੱਚ ਜਾਂਦੀ ਹੈ। ਦੂਸਰੇ ਸਟੈਪ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਇਹ 1/4 ਵਾਲੇ ਮੈਂਬਰ ਪੂਰੇ ਹੋ ਜਾਂਦੇ ਹੈਗੇ, ਇਹਨਾਂ ਦੇ ਦਸਤਖਤ ਹੋ ਜਾਂਦੀ ਹੈ, 14 ਦਿਨ ਪਹਿਲਾਂ ਨੋਟਿਸ ਦੇ ਦਿੱਤਾ ਜਾਂਦਾ ਹੈ, ਤਾਂ ਉਸ ਤੋਂ ਬਾਅਦ ਫਿਰ ਕਾਰਵਾਈ ਸ਼ੁਰੂ ਹੁੰਦੀ ਹੈਗੀ ਆ, ਜਿਸ ਦੇ ਤਹਿਤ ਇਹ ਹੁੰਦਾ ਹੈ ਕਿ ਲੋਕ ਸਭਾ ਦੇ ਵਿੱਚ ਜਿਹੜੇ ਕੁੱਲ ਮੈਂਬਰ ਨੇ ਉਹਨਾਂ ਦਾ 2/3 ਮੈਂਬਰ ਜਿਹੜੇ ਹੈਗੇ ਬਹੁਮਤ ਦੇ ਨਾਲ ਉਸ ਦਾ ਜਿਹੜਾ ਮਹਾਦੋਸ਼ ਦਾ ਮੁਕੱਦਮਾ ਹੈ ਉਸ ਨੂੰ ਪਾਸ ਕਰਦੇ ਹੈ। ਉਸ ਨੂੰ ਪਾਸ ਕਰਨ ਤੋਂ ਬਾਅਦ ਜਦੋਂ ਲੋਕ ਸਭਾ ਇਸ ਨੂੰ ਕੰਪਲੀਟ ਕਰਕੇ ਜਿਹੜਾ ਹੈ ਅੱਗੇ ਰਾਜ ਸਭਾ ਦੇ ਵਿੱਚ ਭੇਜ ਦਿੰਦੀ ਹੈ ਕਿ ਅੱਗੇ ਹੁਣ ਇਸ ਦੀ ਜਾਂਚ ਪੜਤਾਲ ਜਿਹੜਾ ਕਰਨ ਦਾ ਕੰਮ ਹੈ ਉਹ ਰਾਜ ਸਭਾ ਦੇ ਵਿੱਚ ਹੈ। ਦੇਖੋ ਵੀ ਦੁਬਾਰਾ ਫਿਰ ਦੱਸ ਰਿਹਾ ਹਾਂ, ਚਾਹੇ ਲੋਕ ਸਭਾ ਦੇ ਵਿੱਚ ਸ਼ੁਰੂ ਕੀਤਾ ਜਾਂਦਾ ਹੈ ਚਾਹੇ ਰਾਜ ਸਭਾ ਦੇ ਵਿੱਚ ਸ਼ੁਰੂ ਕੀਤਾ ਜਾਂਦਾ ਹੈ, ਇਹਨਾਂ ਤਿੰਨ ਪ੍ਰੋਸੈਸਾਂ ਦੇ ਵਿੱਚੋਂ ਇਸ ਨੇ ਨਿਕਲਣਾ ਹੀ ਨਿਕਲਣਾ ਹੈ। ਪਹਿਲਾਂ 1/4 ਮੈਂਬਰਾਂ ਦੇ ਦੁਆਰਾ ਦਸਤਖਤ ਕੀਤੇ ਜਾਣਗੇ ਰਾਸ਼ਟਰਪਤੀ ਦੇ ਵਿਰੁੱਧ। ਦੂਸਰੇ ਸਟੈਪ ਦੇ ਵਿੱਚ 2/3 ਬਹੁਮਤ, ਚਾਹੇ ਜੇਕਰ ਉਹ ਰਾਜ ਸਭਾ ਦੇ ਵਿੱਚ ਸ਼ੁਰੂ ਹੈ ਤਾਂ ਰਾਜ ਸਭਾ ਦੇ ਵਿੱਚ ਪਹਿਲਾਂ ਇਹ ਪਾਸ ਹੋਵੇਗਾ, ਜੇਕਰ ਲੋਕ ਸਭਾ ਦੇ ਵਿੱਚ ਪਹਿਲਾਂ ਸ਼ੁਰੂ ਹੋਇਆ ਤਾਂ ਫਿਰ ਲੋਕ ਸਭਾ ਦੇ ਵਿੱਚ ਪਹਿਲਾਂ ਇਸ ਨੂੰ ਸ਼ੁਰੂ ਕਰ ਲਿਆ ਜਾਊਗਾ।
ओके, सो इस तहत ਜਿਹੜਾ ਇਹ ਦੂਸਰੀ ਕਾਰਵਾਈ ਹੁੰਦੀ ਹੈ। ਤੇ ਇਸ ਤੋਂ ਬਾਅਦ ਤੀਸਰੀ ਜਿਹੜੀ ਹੈ ਕਾਰਵਾਈ ਹੁੰਦੀ ਹੈਗੀ ਜੀ, ਉਹ ਰਾਜ ਸਭਾ ਦੇ ਕੋਲੇ ਹੁੰਦੀ ਹੈ। ਫਿਰ ਅੱਗੇ ਇਹ ਰਾਜ ਸਭਾ ਦੇ ਕੋਲੇ ਜਾ ਕੇ ਸੇਮ ਪ੍ਰੋਸੈਸ ਦੇ ਵਿੱਚ ਜਾਂਦਾ ਹੈਗਾ ਗਾ, ਅਤੇ ਰਾਜ ਸਭਾ ਦੇ ਵਿੱਚ ਜਦੋਂ ਇਸ ਦੇ ਦੋਸ਼ ਦੀ ਜਾਂਚ ਹੋ ਰਹੀ ਹੁੰਦੀ ਆ, ਉੱਥੇ ਸਪੈਸ਼ਲ ਇਹ ਵਿਵਸਥਾ ਹੁੰਦੀ ਹੈ ਕਿ ਰਾਸ਼ਟਰਪਤੀ ਜਿਹੜਾ ਹੈ ਉਹ ਕਾਰਵਾਈ ਦੇ ਵਿੱਚ ਬੈਠਣ ਦਾ ਅਧਿਕਾਰ ਰੱਖਦਾ ਹੈ। ਰਾਜ ਸਭਾ ਦੇ ਵਿੱਚ ਜੋ ਰਾਜ ਸਭਾ ਦੇ ਵਿੱਚ ਜਾਂਚ ਪੜਤਾਲ ਹੋ ਰਹੀ ਵੀ ਕਿ ਇਹਦੇ ਉੱਪਰ ਜਿਹੜੇ ਦੋਸ਼ ਲੱਗੇ ਨੇ ਕਿ ਉਹ ਸੱਚਮੁੱਚ ਸਹੀ ਨੇ ਜਾਂ ਗਲਤ ਨੇ, ਤਾਂ ਇਸ ਸਥਿਤੀ ਦੇ ਵਿੱਚ ਉਹ ਕਾਰਵਾਈ ਦੇ ਵਿੱਚ ਬੈਠ ਕੇ ਉਸ ਦਾ ਜਿਹੜਾ ਹੈ ਪਾਰਟਿਸਿਪੇਟ ਕਰ ਸਕਦਾ ਹੈ ਕਿ ਹਾਂਜੀ ਵਾਕਈ ਇਸ ਦੇ ਲਈ ਇਹ ਹੋਈ ਆ। ਤੀਸਰੇ ਪ੍ਰੋਸੈਸ ਦੇ ਵਿੱਚ ਸਭ ਤੋਂ ਪ੍ਰਮੁੱਖ ਹੁੰਦਾ ਹੈ ਕਿ ਰਾਜ ਸਭਾ ਦੇ ਵਿੱਚ 2/3 ਜਾਣੀ ਕਿ 2/3 ਬਹੁਮਤ ਦੇ ਨਾਲ ਜਿਹੜਾ ਹੈ ਉਹ ਮਤਾ ਪਾਸ ਹੋ ਜਾਂਦਾ ਹੈ, ਜਿਸ ਤੋਂ ਬਾਅਦ ਇਹ ਕਲੀਅਰ ਹੋ ਜਾਂਦਾ ਹੈ ਕਿ ਰਾਸ਼ਟਰਪਤੀ ਨੂੰ ਜਿਹੜਾ ਹੈ ਉਸਦੇ ਅਹੁਦੇ ਤੋਂ ਹਟਾ ਦਿੱਤਾ ਜਾਊਗਾ ਜੇਕਰ ਹੋ ਜਾਂਦਾ ਹੈ। ਜੇਕਰ ਅਜਿਹਾ ਨਹੀਂ ਹੋ ਪਾਉਂਦਾ ਤਾਂ ਇਸ ਸਥਿਤੀ ਦੇ ਵਿੱਚ ਰਾਸ਼ਟਰਪਤੀ ਨੂੰ ਜਿਹੜਾ ਉਹਦੇ ਅਹੁਦੇ ਤੋਂ ਨਹੀਂ ਹਟਾਇਆ ਜਾਊਗਾ। ਸੋ ਅੱਜ ਤੱਕ ਜਿਹੜਾ ਇਹ ਪੋਸੀਬਲ ਨਹੀਂ ਹੋ ਪਾਇਆ ਕਿ ਕਿਸੇ ਵੀ ਰਾਸ਼ਟਰਪਤੀ ਨੂੰ ਜਿਹੜਾ ਹੈ ਮਹਾਦੋਸ਼ ਦੇ ਮੁਕੱਦਮੇ ਦੇ ਥਰੂ ਜਿਹੜਾ ਹੈ ਹਟਾਇਆ ਗਿਆ ਹੋਵੇ। ਓਕੇ, ਨੈਕਸਟ ਹੈ ਜੀ 164 ਨੰਬਰ। 164 ਨੰਬਰ, ਰਾਸ਼ਟਰਪਤੀ ਦੀ ਮੌਤ ਦੇ ਕਾਰਨ ਪੈਦਾ ਹੋਣ ਵਾਲੀ ਅਚਨਚੇਤ ਖਾਲੀ ਥਾਂ ਦੌਰਾਨ ਰਾਸ਼ਟਰਪਤੀ ਦੇ ਵਜੋਂ ਕੰਮ ਕਰਦਾ ਹੈ। ਸਪੀਕਰ ਕਰੇਗਾ, ਪ੍ਰਧਾਨ ਮੰਤਰੀ ਕਰੇਗਾ, ਸੁਪਰੀਮ ਕੋਰਟ ਦਾ ਜੱਜ ਕਰੇਗਾ, ਜਾਂ ਫਿਰ ਉਪ ਰਾਸ਼ਟਰਪਤੀ ਕਰੇਗਾ। ਜਦੋਂ ਕਿਤੇ ਰਾਸ਼ਟਰਪਤੀ ਦੀ ਮੌਤ ਹੋ ਜਾਂਦੀ ਹੈ, ਜਾਂ ਫਿਰ ਰਾਸ਼ਟਰਪਤੀ ਜਿਹੜਾ ਹੈ ਕਿਤੇ ਵਿਦੇਸ਼ ਦੇ ਵਿੱਚ ਚਲਾ ਜਾਂਦਾ ਹੈ, ਜਾਂ ਫਿਰ ਰਾਸ਼ਟਰਪਤੀ ਕਿਸੇ ਕਾਰਨ ਕਰਕੇ ਅਸਤੀਫਾ ਦੇ ਦਿੰਦਾ ਹੈ, ਇਸ ਸਥਿਤੀ ਦੇ ਵਿੱਚ ਜਦੋਂ ਅਚਾਨਕ ਹੀ ਰਾਸ਼ਟਰਪਤੀ ਦਾ ਜਿਹੜਾ ਅਹੁਦਾ ਖਾਲੀ ਹੁੰਦਾ ਤਾਂ ਉਸ ਅਚਾਨਕ ਹੀ ਖਾਲੀ ਹੋਏ ਸਥਾਨ ਨੂੰ ਭਰਨ ਦੇ ਲਈ ਇੱਕ ਕਾਰਜਵਾਹਕ ਜਿਹੜਾ ਰਾਸ਼ਟਰਪਤੀ ਹੈ ਉਹ ਚੁਣਿਆ ਜਾਂਦਾ ਹੈਗਾ ਗਾ। ਮੀਨਸ ਕਿ ਤੁਰੰਤ ਹੀ ਇੱਕ ਸੀਟ ਜਿਹੜੀ ਉਹ ਭਰ ਲਈ ਜਾਂਦੀ ਹੈਗੀ ਆ। ਸੋ ਉਸ ਖਾਲੀ ਸੀਟ ਨੂੰ ਭਰਨ ਦੇ ਲਈ ਜਿਹੜਾ ਚੁਣਿਆ ਜਾਂਦਾ ਵਿਅਕਤੀ ਹੈ ਉਹ ਹੈ ਉਪ ਰਾਸ਼ਟਰਪਤੀ, ਜਦੋਂ ਵੀ ਕਿਤੇ ਅਜਿਹਾ ਹੁੰਦਾ ਹੈ। ਠੀਕ ਹੈ, ਉਪ ਰਾਸ਼ਟਰਪਤੀ ਆਰਟੀਕਲ 70 ਦੇ ਅਧੀਨ ਜਿਹੜਾ ਹੈਗਾ ਗਾ ਕਾਰਜਵਾਹਕ ਰਾਸ਼ਟਰਪਤੀ ਦੇ ਰੂਪ ਦੇ ਵਿੱਚ ਕੰਮ ਕਰੇਗਾ। ਜਦੋਂ ਕਿਤੇ ਰਾਸ਼ਟਰਪਤੀ ਦੀ ਮੌਤ ਹੋ ਜਾਂਦੀ ਹੈ, ਰਾਸ਼ਟਰਪਤੀ ਤਿਆਗ ਪੱਤਰ ਦੇ ਦਿੰਦਾ, ਰਾਸ਼ਟਰਪਤੀ ਕਿਤੇ ਵਿਦੇਸ਼ ਦੇ ਵਿੱਚ ਚਲਾ ਜਾਂਦਾ, ਤਾਂ ਉਹਦੀ ਖਾਲੀ ਸੀਟ ਨੂੰ ਭਰਨ ਦੇ ਲਈ ਜਿਹੜਾ ਹੈਗਾ ਗਾ ਉਸ ਦੀ ਜਗ੍ਹਾ ਤੇ ਉਪ ਰਾਸ਼ਟਰਪਤੀ ਆਰਟੀਕਲ 70 ਦੇ ਅਧੀਨ ਇਸ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ। ਇੱਥੇ ਇੱਕ ਅਗਲਾ ਫੈਕਟਰ ਵੀ ਹੈ ਕਿ ਜੇ ਕਈ ਕਾਰਨ ਕਰਕੇ ਰਾਸ਼ਟਰਪਤੀ ਦੀ ਮੌਤ ਹੋ ਗਈ, ਅੱਗੇ ਉਪ ਰਾਸ਼ਟਰਪਤੀ ਵੀ ਗੈਰ ਹਾਜ਼ਰ ਹੈ, ਤਾਂ ਇਸ ਸਥਿਤੀ ਦੇ ਵਿੱਚ ਕੀ ਹੋਵੇਗਾ? ਸੋ ਇਸ ਸਥਿਤੀ ਦੇ ਵਿੱਚ ਇਹ ਹੋਵੇਗਾ ਕਿ ਜਿਹੜਾ ਸੰਸਦ ਦਾ ਸੁਪਰੀਮ ਕੋਰਟ ਦਾ ਮੁੱਖ ਜੱਜ ਹੈ ਉਹ ਇਸ ਦੇ ਵਿੱਚ ਆਪਣਾ ਜਿਹੜਾ ਅਗਲਾ ਯੋਗਦਾਨ ਪਾਵੇਗਾ ਕਿ ਜੇਕਰ ਉਪ ਰਾਸ਼ਟਰਪਤੀ ਮੌਜੂਦ ਨਹੀਂ ਹੁੰਦਾ ਹੈਗਾ। ਹਾਲਾਂਕਿ ਨਾਰਮਲੀ ਹੁੰਦਾ, ਪਰ ਜੇਕਰ ਕਈ ਕਾਰਨ ਕਰਕੇ ਉਪ ਰਾਸ਼ਟਰਪਤੀ ਮੌਜੂਦ ਨਹੀਂ ਹੈ ਤਾਂ ਉਸ ਸਥਿਤੀ ਦੇ ਵਿੱਚ ਸੁਪਰੀਮ ਕੋਰਟ ਦਾ ਮੁੱਖ ਜੱਜ ਜਿਹੜਾ ਹੈ ਇਸ ਰੈਂਕ ਦੇ ਲਈ ਚੁਣਿਆ ਜਾਵੇਗਾ, ਯਾਨੀ ਕਿ ਉਹ ਭਾਰਤ ਦਾ ਰਾਸ਼ਟਰਪਤੀ ਨਿਯੁਕਤ ਕਰ ਲਿਆ ਜਾਵੇਗਾ ਕਾਰਜਵਾਹਕ ਤੌਰ ਦੇ ਉੱਪਰ। ਠੀਕ ਹੈ, ਇਹਦੀ ਐਗਜ਼ਾਮਪਲ M ਹਦਾਇਤੁੱਲਾ ਹੈ, ਜੋ ਕਿ ਸਾਡੇ ਕਾਰਜਵਾਹਕ ਜਿਹੜੇ ਹੈ ਪ੍ਰੈਜ਼ੀਡੈਂਟ ਵੀ ਰਹੇ ਆ ਅਤੇ ਇਸ ਤੋਂ ਇਲਾਵਾ ਉਪ ਰਾਸ਼ਟਰਪਤੀ ਰੂਪ ਦੇ ਵਿੱਚ ਵੀ ਕੰਮ ਕਰਦੇ ਰਹੇ ਹੈਗੇ। ਨੈਕਸਟ ਹੈ ਜੀ ਅੱਗੇ 165 ਨੰਬਰ, ਮਹਾਦੋਸ਼ ਦੀ ਪ੍ਰਕਿਰਿਆ ਦੁਆਰਾ ਹੇਠ ਦਿੱਤਿਆਂ ਦੇ ਵਿੱਚੋਂ ਕਿਸ ਨੂੰ ਹਟਾਇਆ ਜਾ ਸਕਦਾ ਹੈ? ਭਾਰਤ ਦੇ ਰਾਜਪਾਲ ਨੂੰ, ਭਾਰਤ ਦੇ ਪ੍ਰਧਾਨ ਮੰਤਰੀ ਨੂੰ, ਭਾਰਤ ਦੇ ਮੁੱਖ ਮੰਤਰੀ ਨੂੰ, ਜਾਂ ਭਾਰਤ ਦੇ ਰਾਸ਼ਟਰਪਤੀ ਨੂੰ। ਸੋ ਮਹਾਦੋਸ਼ ਦੇ ਮੁਕੱਦਮੇ ਦੇ ਦੁਆਰਾ ਹਟਾਇਆ ਜਾ ਸਕਦਾ ਹੈ ਇਹਨਾਂ ਦੇ ਵਿੱਚੋਂ ਭਾਰਤ ਦੇ ਰਾਸ਼ਟਰਪਤੀ ਦੇ ਦੁਆਰਾ। ਭਾਰਤ ਦੇ ਰਾਸ਼ਟਰਪਤੀ ਨੂੰ ਜਿਹੜਾ ਹੈ ਇਹਨਾਂ ਦੇ ਵਿੱਚੋਂ ਇੰਪੀਚਮੈਂਟ ਜਾਂ ਮਹਾਦੋਸ਼ ਦੇ ਮੁਕੱਦਮੇ ਦੇ ਥਰੂ ਹਟਾਇਆ ਜਾ ਸਕਦਾ ਹੈ, ਕਿਉਂਕਿ ਇਸ ਦੇ ਅਧੀਨ ਹੀ ਚਾਹੇ ਤਾਂ ਉਹ ਰਾਸ਼ਟਰਪਤੀ ਹੈ ਤੇ ਚਾਹੇ ਫਿਰ ਉਹ ਸੁਪਰੀਮ ਕੋਰਟ ਦਾ ਮੁੱਖ ਜੱਜ ਹੈ, ਉਹਨਾਂ ਦੋਨਾਂ ਨੂੰ ਆਪਾਂ ਇਸ ਪ੍ਰਕਿਰਿਆ ਦੇ ਥਰੂ ਹਟਾ ਸਕਦੇ ਹੈਗੇ ਹਾਂ। ਇਹ ਮੈਂ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਜਿਹੜਾ ਇਹ ਇੰਪੀਚਮੈਂਟ ਦਾ ਜਿਹੜਾ ਕਨਸੈਪਟ ਹੈਗਾ ਗਾ ਇਹ ਅਸੀਂ ਅਮਰੀਕਾ ਤੋਂ ਲਿਆ ਹੈ, ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਨੂੰ ਵੀ ਇਸੇ ਪ੍ਰਕਿਰਿਆ ਦੇ ਦੁਆਰਾ ਹੀ ਹਟਾਇਆ ਜਾ ਸਕਦਾ ਹੈ, ਹੋਰ ਕੋਈ ਪ੍ਰਕਿਰਿਆ ਨਹੀਂ ਹੈਗੀ। ਓਕੇ, ਅਨੁਛੇਦ 161 ਦੇ ਤਹਿਤ ਇਹ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਨੂੰ ਮਹਾਦੋਸ਼ ਦੇ ਮੁਕੱਦਮੇ ਦੇ ਤਹਿਤ ਹਟਾਇਆ ਜਾ ਸਕਦਾ ਹੈ ਉਹਦੇ ਅਹੁਦੇ ਤੋਂ। ਨਾਲ ਹੀ ਮਹਾਦੋਸ਼ ਦੇ ਮੁਕੱਦਮੇ ਦਾ ਜਿਹੜਾ ਕਨਸੈਪਟ ਹੈ ਉਹ ਅਸੀਂ ਅਮਰੀਕਾ ਤੋਂ ਲੈਤਾ, ਕਿਉਂਕਿ ਇਹ ਸਭ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਸੀਗਾ, ਕਿਉਂਕਿ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰਪਤੀ ਅਮਰੀਕਾ ਦਾ ਤੇ ਉਹਨੂੰ ਹਟਾਉਣਾ ਜਿਹੜਾ ਇਹ ਮੁਸ਼ਕਿਲ ਹੈ, ਤਾਂ ਇੱਕ ਵਿਧੀ ਦੇ ਥਰੂ ਹੀ ਆਪਾਂ ਹਟਾ ਸਕਦੇ ਹੁੰਦੇ ਹਾਂ। ਭਾਰਤ ਦੇ ਵਿੱਚ ਦੋ ਵਿਅਕਤੀ ਨੇ ਜਿਨ੍ਹਾਂ ਨੂੰ ਆਪਾਂ ਇਸ ਮੈਥਡ ਦੇ ਨਾਲ ਹਟਾ ਸਕਦੇ ਹਾਂ, ਇੱਕ ਤਾਂ ਭਾਰਤ ਦਾ ਰਾਸ਼ਟਰਪਤੀ ਹੈ ਤੇ ਦੂਸਰਾ ਹੈ ਜੀ ਭਾਰਤ ਦੇ ਚੀਫ ਜਸਟਿਸ, ਯਾਨੀ ਕਿ ਸੁਪਰੀਮ ਕੋਰਟ ਦੇ ਮੁੱਖ ਜੱਜ। ਸੋ ਇਹ ਦੋਨੋਂ ਮਿਲ ਕੇ ਜਿਹੜਾ ਹੈਗਾ ਇਹ ਦੋਨੋਂ ਜਿਹੜੇ ਦੋਨਾਂ ਦੇ ਰੈਂਕ ਨੇਗੇ ਉਹ ਆਪਾਂ ਮਹਾਦੋਸ਼ ਯਾਨੀ ਕਿ ਇੰਪੀਚਮੈਂਟ ਦੇ ਥਰੂ ਹਟਾ ਸਕਦੇ ਹੈਗੇ ਆਂਗੇ। ਨੈਕਸਟ ਹੈ ਜੀ ਅੱਗੇ 164 ਨੰਬਰ, ਭਾਰਤ ਦੇ ਰਾਸ਼ਟਰਪਤੀ ਦੁਆਰਾ ਰਾਜ ਸਭਾ ਦੇ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾ ਸਕਦੇ ਨੇ? 25 ਮੈਂਬਰ, 12 ਮੈਂਬਰ, ਜਾਂ ਫਿਰ 41 ਤੇ ਜਾਂ ਫਿਰ 16। ਚਾਹੇ ਲੋਕ ਸਭਾ
ਤੇ ਚਾਹੇ ਰਾਜ ਸਭਾ, ਦੋਨਾਂ ਦੇ ਵਿੱਚ ਇਹ ਮੈਂਸ਼ਨ ਹੁੰਦਾ ਸੀਗਾ ਕਿ ਰਾਸ਼ਟਰਪਤੀ ਇਹਨਾਂ ਦੇ ਵਿੱਚ ਵੱਖਰੇ ਵੱਖਰੇ ਮੈਂਬਰ ਜਿਹੜੇ ਉਹ ਨਾਮਜ਼ਦ ਕਰ ਸਕਦਾ ਸੀਗਾ। ਇਹਨਾਂ ਦੇ ਵਿੱਚੋਂ ਵਚਨ ਦੇ ਅਕੋਰਡਿੰਗ ਆਪਾਂ ਗੱਲ ਕਰੀਏ ਤਾਂ ਰਾਜ ਸਭਾ ਦੇ ਵਿੱਚ ਰਾਸ਼ਟਰਪਤੀ ਦੇ ਦੁਆਰਾ ਜਿਹੜੇ ਹੈਗੇ ਨੇ 12 ਮੈਂਬਰ ਜਿਹੜੇ ਉਹ ਨੋਮੀਨੇਟ ਕੀਤੇ ਜਾਂਦੇ ਸੀਗੇ, ਨਾਮਜ਼ਦ ਕੀਤੇ ਜਾਂਦੇ ਸੀਗੇ, ਜਿਨ੍ਹਾਂ ਨੂੰ ਉਸਨੇ ਆਪਣੀ ਮਰਜ਼ੀ ਦੇ ਨਾਲ ਚੁਣਨਾ ਹੁੰਦਾ ਸੀਗਾ। ਓਕੇ, ਸੰਸਦ ਦੀ ਆਪਾਂ ਗੱਲ ਕਰੀਏ ਤਾਂ 2 ਸਦਨ ਨੇ, ਇੱਕ ਹੈ ਲੋਕ ਸਭਾ ਜਿਹਦੇ ਵੱਧ ਤੋਂ ਵੱਧ ਮੈਂਬਰ 550 ਹੈਗੇ ਨੇ, ਜਿਨ੍ਹਾਂ ਦੇ ਵਿੱਚੋਂ ਵਰਤਮਾਨ ਸਮੇਂ ਜਿਹੜੇ ਹੈ 524 ਮੈਂਬਰ ਕੰਮ ਕਰ ਰਹੇ ਰਾਜਾਂ ਦੇ ਵਿੱਚੋਂ ਅਤੇ 19 ਮੈਂਬਰ ਜਿਹੜੇ ਨੇ ਉਹ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚੋਂ ਕੰਮ ਕਰ ਰਿਹਾ, ਯਾਨੀ ਕਿ ਟੋਟਲ ਵਰਤਮਾਨ ਸਮੇਂ ਆਪਣੇ ਕੋਲੇ ਜਿਹੜੇ ਮੈਂਬਰ ਹੈਗੇ ਨੇਗੇ ਉਹ 543 ਹੈਗੇ ਨੇ। ਪਰ ਇਸ ਤੋਂ ਪਹਿਲਾਂ 2 ਐਂਗਲੋ ਇੰਡੀਅਨ ਮੈਂਬਰ ਜਿਹੜੇ ਹੈਗੇ ਉਹ ਲੋਕ ਸਭਾ ਦੇ ਵਿੱਚ ਸ਼ਾਮਲ ਹੁੰਦੇ ਸੀਗੇ, ਨੋਮੀਨੇਟ ਕੀਤੇ ਜਾਂਦੇ ਹੁੰਦੇ ਸੀਗੇ ਰਾਸ਼ਟਰਪਤੀ ਦੇ ਦੁਆਰਾ, ਪਰ ਇਸ ਨੂੰ 104 ਨੰਬਰ ਸੋਧ ਦੇ ਦੁਆਰਾ ਹਟਾ ਦਿੱਤਾ ਗਿਆ ਸੀ, ਜਿਸ ਦੇ ਕਾਰਨ ਕਰਕੇ ਹੁਣ ਆਪਣੇ ਕੋਲੇ ਜਿਹੜੇ ਹੈਗੇ ਨੇਗੇ 550 ਮੈਂਬਰ ਵੱਧ ਤੋਂ ਵੱਧ ਨੇ ਤੇ ਵਰਤਮਾਨ ਸਮੇਂ 543 ਮੈਂਬਰ ਕੰਮ ਕਰ ਰਹੇ ਹੈਗੇ ਨੇਗੇ। ਉੱਥੇ ਹੀ ਰਾਜ ਸਭਾ ਦੀ ਗੱਲ ਕਰੀਏ ਤਾਂ ਰਾਜ ਸਭਾ ਦੇ ਵੱਧ ਤੋਂ ਵੱਧ ਮੈਂਬਰ 250 ਹੈਗੇ ਨੇਗੇ, ਜਿਨ੍ਹਾਂ ਦੇ ਵਿੱਚੋਂ 238 ਮੈਂਬਰ ਜਿਹੜੇ ਆ ਉਹ ਰਾਜਾਂ ਦੇ ਵਿੱਚੋਂ ਚੁਣੇ ਜਾਂਦੇ ਹੈਗੇ ਨੇਗੇ ਅਤੇ 12 ਮੈਂਬਰ ਜਿਹੜੇ ਹੈਗੇ ਨੇ ਉਹ ਰਾਸ਼ਟਰਪਤੀ ਦੇ ਦੁਆਰਾ ਨੋਮੀਨੇਟ ਕੀਤੇ ਜਾਂਦੇ ਹੈਗੇ। ਤਾਂ ਟੋਟਲ ਜਿਹੜੇ ਹੈਗੇ 250 ਮੈਂਬਰ ਜਿਹੜੇ ਹੈਗੇ ਨੇਗੇ ਉਹ ਬਣੇ ਹੋਏ ਹੈਗੇ ਨੇਗੇ, ਜਿਹੜੇ ਕਿ ਵਰਤਮਾਨ ਸਮੇਂ ਕਹਿ ਸਕਦੇ ਹਾਂ ਕੰਮ ਕਰ ਰਹੇ ਹੈਗੇ ਨੇਗੇ। ਓਕੇ, ਵੱਧ ਤੋਂ ਵੱਧ ਇਹਨਾਂ ਦੀ ਜਿਹੜੀ ਸੰਖਿਆ ਉਹ ਮੌਜੂਦ ਹੈਗੀ। ਓਕੇ, ਨੈਕਸਟ ਹੈ ਕਿ ਰਾਸ਼ਟਰਪਤੀ ਜਿਹੜੇ ਇਹ 12 ਮੈਂਬਰ ਨੇਗੇ ਉਹ ਨਾਮਜ਼ਦ ਕਰ ਸਕਦਾ ਹੈਗਾ ਜਿਨ੍ਹਾਂ ਦਾ ਸਾਹਿਤ ਦੇ ਵਿੱਚ, ਵਿਗਿਆਨ ਦੇ ਵਿੱਚ, ਕਲਾ ਦੇ ਵਿੱਚ ਤੇ ਜਾਂ ਫਿਰ ਸਮਾਜ ਸੇਵਾ ਦੇ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਹੋਵੇ, ਉਹਨਾਂ ਨੂੰ ਜਿਹੜਾ ਹੈ ਚੁਣ ਸਕਦਾ ਹੈਗਾ। ਰਾਜ ਸਭਾ ਦੇ ਵਿੱਚ ਜਿਹੜੀਆਂ ਸੀਟਾਂ ਨੇ ਉਹ ਵੱਖਰੀਆਂ ਵੱਖਰੀਆਂ ਹੈਗੀਆਂ ਨੇਗੀਆਂ। ਸੋ ਇੱਥੇ ਜੇ ਆਪਾਂ ਗੱਲ ਕਰੀਏ ਤਾਂ 7 ਜਿਹੜੇ ਮੈਂਬਰ ਨੇਗੇ ਉਹ ਰਾਜ ਸਭਾ ਦੇ ਵਿੱਚ ਵਰਤਮਾਨ ਸਮੇਂ ਪੰਜਾਬ ਦੇ ਸ਼ਾਮਲ ਹੈਗੇ ਨੇਗੇ, ਵੱਖਰੇ ਵੱਖਰੇ ਰਾਜਾਂ ਦੇ ਵੱਖਰੇ ਵੱਖਰੇ ਨੇ, ਪੰਜਾਬ ਦੇ 7 ਨੇਗੇ। ਅਗਲੇ ਸੈਸ਼ਨਾਂ ਦੇ ਵਿੱਚ ਜਿਹੜੇ 12 ਮੈਂਬਰ ਨੇ ਮੈਂ ਉਹਨਾਂ ਨੂੰ ਵੀ ਨੋਮੀਨੇਟ ਵਾਲਿਆਂ ਨੂੰ ਵੀ ਜਿਹੜਾ ਇਹਦੇ ਵਿੱਚ ਐਡ ਕਰ ਦਾਂਗਾ, ਪਰ ਇਸ ਦੇ ਵਿੱਚ ਮੈਂ ਇਕੱਲੇ ਪੰਜਾਬ ਦੇ ਹੀ ਮੈਂਸ਼ਨ ਕੀਤੇ ਹੈ। ਸੋ ਪੰਜਾਬ ਦੇ ਜਿਹੜੇ ਹੈ ਬਿਕਰਮਜੀਤ ਸਾਨੀਆ ਹੈਗੇ ਨੇਗੇ, ਜੋ ਕਿ 2022 ਦੇ ਵਿੱਚ ਚੁਣੇ ਗਏ ਹੈਗੇ ਤੇ 2028 ਤੱਕ ਕੰਮ ਕਰਨਗੇ। ਠੀਕ ਹੈ, ਇਹ ਸਥਾਈ ਮੈਂਬਰ ਹੁੰਦੇ ਆ, 6 ਸਾਲਾਂ ਲਈ ਚੁਣੇ ਜਾਂਦੇ ਆ, 6 ਸਾਲਾਂ ਤੋਂ ਪਹਿਲਾਂ ਇਹਨਾਂ ਨੂੰ ਨਹੀਂ ਹਟਾਇਆ ਜਾ ਸਕਦਾ, ਇਹ ਸਪੈਸ਼ਲੀ ਤੁਸੀਂ ਯਾਦ ਰੱਖਣਾ ਹੈ। ਬਲਵੀਰ ਸਿੰਘ ਸੀਚੇਵਾਲ ਹੈ, ਸੰਜੀਵ ਅਰੋੜਾ ਨੇ, ਰਾਘਵ ਚੱਡਾ ਨੇ, ਸੰਦੀਪ ਪਾਠਕ ਹੈ, ਹਰਭਜਨ ਸਿੰਘ ਹੈ ਅਤੇ ਅਸ਼ੋਕ ਮਿੱਤਲ। ਇਹ 7 ਵਿਅਕਤੀ ਵਰਤਮਾਨ ਸਮੇਂ ਪੰਜਾਬ ਦੇ ਵੱਲੋਂ ਰਾਜ ਸਭਾ ਦੇ ਵਿੱਚ ਪੇਸ਼ ਕੀਤੇ ਗਏ ਹੈਗੇ ਨੇਗੇ ਅਤੇ ਇਹ ਸਾਰੇ ਦੇ ਸਾਰੇ ਮੈਂਬਰ ਆਮ ਆਦਮੀ ਪਾਰਟੀ ਦੇ ਹੈਗੇ ਨੇਗੇ। ਠੀਕ ਹੈ, ਯਾਨੀ ਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਉਹ ਪ੍ਰੈਜ਼ੈਂਟ ਕਰ ਰਹੇ ਹੈਗੇ ਨੇ ਇਸ ਦੇ ਵਿੱਚ। ਨੈਕਸਟ ਹੈ ਜੀ ਅੱਗੇ 167 ਨੰਬਰ, ਹੇਠ ਦਿੱਤਿਆਂ ਦੇ ਵਿੱਚੋਂ ਕਿਹੜਾ ਕਥਨ ਸਹੀ ਹੈ? ਰਾਸ਼ਟਰਪਤੀ ਆਪਣਾ ਅਸਤੀਫਾ ਜਿਹੜਾ ਹੈ ਉਹ ਲੋਕ ਸਭਾ ਦੇ ਸਪੀਕਰ ਨੂੰ ਸੌਂਪਦਾ ਹੈ, ਰਾਸ਼ਟਰਪਤੀ ਆਪਣਾ ਅਸਤੀਫਾ ਉਪ ਰਾਸ਼ਟਰਪਤੀ ਨੂੰ ਸੌਂਪਦਾ ਹੈ, ਰਾਸ਼ਟਰਪਤੀ ਆਪਣਾ ਅਸਤੀਫਾ ਭਾਰਤ ਦੇ ਚੀਫ ਜਸਟਿਸ ਨੂੰ ਸੌਂਪਦਾ ਹੈ ਜਾਂ ਫਿਰ ਰਾਸ਼ਟਰਪਤੀ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਨੂੰ ਸੌਂਪਦਾ ਹੈ। ਲਾਸਟ ਸੈਸ਼ਨ ਦੇ ਵਿੱਚ ਮੈਂ ਸਾਰਿਆਂ ਦੇ ਅਸਤੀਫੇ ਕਰਵਾਏ ਸੀ ਕਿ ਕੌਣ ਕਿਸ ਨੂੰ ਜਿਹੜਾ ਹੈ ਅਸਤੀਫਾ ਦਿੰਦੇ ਹੈ, ਤਾਂ ਇਸ ਦੇ ਅਕੋਰਡਿੰਗ ਸਹੀ ਬਣਦਾ ਹੈ ਕਿ ਰਾਸ਼ਟਰਪਤੀ ਜਿਹੜਾ ਹੈ ਉਹ ਆਪਣਾ ਅਸਤੀਫਾ ਜਿਹੜਾ ਹੈਗਾ ਉਹ ਉਪ ਰਾਸ਼ਟਰਪਤੀ ਨੂੰ ਦਿੰਦਾ ਹੈ ਤੇ ਉਪ ਰਾਸ਼ਟਰਪਤੀ ਆਪਣਾ ਅਸਤੀਫਾ ਜਿਹੜਾ ਹੈਗਾ ਉਹ ਰਾਸ਼ਟਰਪਤੀ ਨੂੰ ਦਿੰਦਾ ਹੁੰਦਾ ਹੈ। ਸੋ ਇਹ ਮੈਂ ਸਾਰਿਆਂ ਦੀ ਜਿਹੜੀ ਤੁਹਾਨੂੰ ਪਿਛਲੀ ਕਲਾਸ ਦੇ ਵਿੱਚ ਸਲਾਈਡ ਬਣਾ ਕੇ ਦਿੱਤੀ ਸੀਗੀ, ਉਮੀਦ ਹੈ ਕਿ ਤੁਸੀਂ ਉਹ ਕਲਾਸ ਦੇਖ ਲਈ ਹੋਵੇਗੀ। ਅਗਰ ਨਹੀਂ ਦੇਖੀ ਤਾਂ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ 8 ਨੰਬਰ ਪਾਰਟ ਜ਼ਰੂਰ ਦੇਖ ਲੈਣਾ ਹੈ। ਨੈਕਸਟ ਹੈ ਜੀ ਅਗਲਾ 8 ਨੰਬਰ, ਹੇਠ ਦਿੱਤੇ ਕਥਨਾਂ ਦੇ ਵਿੱਚੋਂ ਕਿਹੜਾ ਸਹੀ ਹੈ? ਉਪ ਰਾਸ਼ਟਰਪਤੀ ਕਿਸੇ ਰਾਜ ਦੀ ਵਿਧਾਨ ਸਭਾ ਨੂੰ ਭੰਗ ਕਰ ਸਕਦਾ ਹੈ, ਵਿਧਾਨ ਪ੍ਰੀਸ਼ਦ ਨੂੰ। ਰਾਜ ਸਭਾ ਕਿਸੇ ਰਾਜ ਦੀ ਵਿਧਾਨ ਸਭਾ ਨੂੰ, ਰਾਜਪਾਲ ਕਿਸੇ ਰਾਜ ਦੀ ਵਿਧਾਨ ਸਭਾ ਨੂੰ ਭੰਗ ਕਰ ਸਕਦਾ ਹੈ। ਲੋਕ ਸਭਾ ਦਾ ਸਪੀਕਰ ਲੋਕ ਸਭਾ ਨੂੰ ਭੰਗ ਕਰ ਸਕਦਾ ਹੈ, ਰਾਸ਼ਟਰਪਤੀ ਰਾਜ ਸਭਾ ਨੂੰ ਭੰਗ ਕਰ ਸਕਦਾ ਹੈ। ਇਹਨਾਂ ਚੋਂ ਦੱਸਣਾ ਹੈ ਆਪਾਂ ਕਿ ਕਿਹੜਾ ਸਹੀ ਹੈ। ਸੋ ਸਹੀ ਦੇ ਅਕੋਰਡਿੰਗ ਗੱਲ ਕਰੀਏ ਤਾਂ ਸਭ ਤੋਂ ਪ੍ਰਮੁੱਖ ਹੈ ਕਿ ਰਾਜਪਾਲ ਕਿਸੇ ਵੀ ਰਾਜ ਦੀ ਵਿਧਾਨ ਸਭਾ ਨੂੰ ਭੰਗ ਕਰ ਸਕਦਾ ਹੈ। ਧਿਆਨ ਨਾਲ ਸੁਣਿਓ, ਉਪ ਰਾਸ਼ਟਰਪਤੀ ਕਿਸੇ ਵੀ ਸਦਨ ਨੂੰ ਭੰਗ ਨਹੀਂ ਕਰ ਸਕਦਾ, ਚਾਹੇ ਉਹ ਰਾਜ ਸਭਾ ਹੈ, ਚਾਹੇ ਉਹ ਲੋਕ ਸਭਾ ਹੈ ਤੇ ਚਾਹੇ ਫਿਰ ਉਹ ਰਾਜ ਵਿਧਾਨ ਪ੍ਰੀਸ਼ਦ ਹੈ। ਠੀਕ ਹੈ, ਤਾਂ ਇੱਥੇ ਉਹ ਮਤਲਬ ਕਿਸੇ ਨੂੰ ਭੰਗ ਨਹੀਂ ਕਰ ਸਕਦਾ, ਇਸ ਕਰਕੇ ਇਹ ਗਲਤ ਸੀਗਾ। ਦੂਸਰਾ ਹੈ ਲੋਕ ਸਭਾ। ਸੋ ਲੋਕ ਸਭਾ ਦਾ ਜਿਹੜਾ ਸਪੀਕਰ ਹੈ ਉਹ ਕਿਸੇ ਨੂੰ ਵੀ ਨਹੀਂ ਭੰਗ ਕਰ ਸਕਦਾ, ਕਿਉਂਕਿ ਉਹਦੇ ਕੋਲੇ ਇਹ ਸ਼ਕਤੀ ਹੈ ਹੀ ਨਹੀਂ ਹੈਗੀ, ਇਸ ਕਰਕੇ ਆਪਾਂ ਉਸ ਨੂੰ ਇਸ ਦੇ ਵਿੱਚ ਐਡ ਨਹੀਂ ਕਰ ਸਕਦੇ। ਰਾਸ਼ਟਰਪਤੀ ਜਿਹੜਾ ਹੈਗਾ ਇਹ ਰਾਜ ਸਭਾ ਨੂੰ ਭੰਗ ਨਹੀਂ ਕਰ ਸਕਦਾ, ਕਿਉਂਕਿ ਰਾਜ ਸਭਾ ਇੱਕ ਸਥਾਈ ਸਦਨ ਹੈ। ਪਰ ਜੇਕਰ ਇੱਥੇ ਲੋਕ ਸਭਾ ਐਡ ਕੀਤਾ ਹੁੰਦਾ ਤਾਂ ਲੋਕ ਸਭਾ ਨੂੰ ਇਹ ਭੰਗ ਕਰ ਸਕਦਾ ਹੁੰਦਾ ਹੈ ਸਮੇਂ ਤੋਂ ਪਹਿਲਾਂ, ਪਰ ਰਾਜ ਸਭਾ ਨੂੰ ਨਹੀਂ, ਕਿਉਂਕਿ ਰਾਜ ਸਭਾ ਇੱਕ ਸਥਾਈ ਸਦਨ ਹੈ, ਉਹ 6 ਸਾਲਾਂ ਤੱਕ ਕੰਮ ਕਰਦਾ ਹੀ ਰਹੇਗਾ।
ਰਾਸ਼ਟਰਪਤੀ ਲੋਕ ਸਭਾ ਨੂੰ ਭੰਗ ਕਰ ਸਕਦਾ ਹੈ, ਰਾਜਪਾਲ ਕਿਸੇ ਵੀ ਰਾਜ ਦੀ ਵਿਧਾਨ ਸਭਾ ਨੂੰ ਭੰਗ ਕਰ ਸਕਦਾ ਹੈ। ਧਿਆਨ ਨਾਲ ਨੋਟ ਕਰਨਾ ਕਿ ਕਿਸੇ ਵੀ ਰਾਜ ਦੀ ਵਿਧਾਨ ਪ੍ਰੀਸ਼ਦ ਤੇ ਜਾਂ ਫਿਰ ਰਾਜ ਸਭਾ ਨੂੰ ਭੰਗ ਦੇ ਅਧੀਨ ਨਹੀਂ ਰੱਖਿਆ ਜਾਂਦਾ, ਕਿਉਂਕਿ ਇਹ ਦੋਨੋਂ ਹੀ ਸਦਨ ਜਿਹੜੇ ਹੈਗੇ ਆ ਸਥਾਈ ਸਦਨ ਨੇ। ਇਹਨਾਂ ਨੂੰ ਜਦੋਂ ਇੱਕ ਵਾਰੀ ਚੁਣ ਲਿਆ ਜਾਂਦਾ ਹੈ ਤਾਂ ਫਿਰ ਅਗਲੇ 6 ਸਾਲਾਂ ਤੱਕ ਇਹ ਕੰਮ ਕਰਦੇ ਹੀ ਰਹਿੰਦੇ ਆ। ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਜਿਹੜਾ ਹੈ ਉਹ ਨਹੀਂ ਹਟਾਇਆ ਜਾਂਦਾ। ਓਕੇ, ਨੈਕਸਟ ਹੈ 169 ਨੰਬਰ। ਰਾਜ ਸਭਾ ਦੇ ਬਾਰੇ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ? ਇਸ ਕੋਲ ਸ਼ਕਤੀਆਂ ਹਨ ਜੋ ਸੰਘ ਦੇ ਵਿਰੁੱਧ ਰਾਜਾਂ ਦੇ ਅਧਿਕਾਰੀਆਂ ਦੀ ਰੱਖਿਆ ਕਰਦੀਆਂ ਹਨ। ਇਹ ਮਨੀ ਬਿੱਲ ਵਿੱਚ ਸੋਧ ਕਰ ਸਕਦਾ ਹੈ। ਇਸ ਦੇ 12 ਮੈਂਬਰ ਰਾਸ਼ਟਰਪਤੀ ਦੇ ਦੁਆਰਾ ਨਾਮਜ਼ਦ ਕੀਤੇ ਜਾਂਦੇ ਆ। ਇਹ ਭਾਰਤ ਦੀ ਸੰਸਦ ਦਾ ਉੱਪਰਲਾ ਜਿਹੜਾ ਹੈ ਉਹ ਸਦਨ ਹੈ। ਗਲਤ ਪੁੱਛਿਆ ਹੈ, ਇਹਨਾਂ ਦੇ ਵਿੱਚੋਂ ਸਹੀ ਨਹੀਂ ਹੈ, ਆਪਾਂ ਉਹ ਦੱਸਣਾ ਹੈ। ਓਕੇ, ਸੋ ਇਸ ਕੋਲੇ ਸ਼ਕਤੀਆਂ ਹਨ ਜੋ ਸੰਘ ਦੇ ਵਿਰੁੱਧ ਰਾਜਾਂ ਦੇ ਅਧਿਕਾਰਾਂ ਦੀ ਰੱਖਿਆ ਕਰਦੀਆਂ ਹਨ। ਸੋ ਇਹ ਸਹੀ ਹੈ ਜੀ। ਓਕੇ, ਦੂਸਰਾ ਹੈ ਜੀ ਇਹ ਮਨੀ ਬਿੱਲ ਦੇ ਵਿੱਚ ਸੋਧ ਕਰ ਸਕਦਾ ਹੈ। ਇਹ ਬਿਲਕੁਲ ਗਲਤ ਹੈ, ਕਿਉਂਕਿ ਰਾਜ ਸਭਾ ਨੂੰ ਇਹ ਅਧਿਕਾਰ ਨਹੀਂ ਦਿੱਤਾ ਗਿਆ ਹੈ। ਇਹ ਅਧਿਕਾਰ ਇਕੱਲੇ ਲੋਕ ਸਭਾ ਦੇ ਕੋਲੇ ਹੈ। ਮਨੀ ਬਿੱਲ ਜਾਂ ਧਨ ਬਿੱਲ ਜਿਹੜਾ ਹੈ ਉਹ ਸਿਰਫ ਲੋਕ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਤੇ ਉਹ ਕੋਈ ਵੀ ਸੁਧਾਰ ਕਰ ਸਕਦਾ, ਪਰ ਰਾਜ ਸਭਾ ਕੋਲੇ ਇਹ ਅਧਿਕਾਰ ਨਹੀਂ ਹੈ। ਇਸ ਕਰਕੇ ਇੱਥੇ ਬੀ ਆਨਸਰ ਜਿਹੜਾ ਹੈ ਉਹ ਗਲਤ ਹੋ ਜਾਊਗਾ। 12 ਮੈਂਬਰ ਰਾਸ਼ਟਰਪਤੀ ਦੇ ਦੁਆਰਾ ਨਾਮਜ਼ਦ ਕੀਤੇ ਜਾਂਦੇ ਹੈਗੇ। ਇਹ ਤੁਹਾਨੂੰ ਪਿਛਲੇ ਕੁਐਸਚਨ ਦੇ ਵਿੱਚ ਮੈਂ ਦੱਸ ਦਿੱਤਾ ਸੀ। ਅਤੇ ਭਾਰਤ ਦਾ ਇਹ ਉੱਪਰਲਾ ਸਦਨ ਹੈ ਜਿਸ ਨੂੰ ਕਿ ਅਪਰ ਚੈਂਬਰ ਕਿਹਾ ਜਾਂਦਾ ਹੈ, ਰਾਜ ਸਭਾ ਕਿਹਾ ਜਾਂਦਾ ਹੈ, ਕੌਂਸਲ ਆਫ ਸਟੇਟ ਕਿਹਾ ਜਾਂਦਾ ਹੈ। ਓਕੇ, ਜੋ ਕਿ ਰਾਜਾਂ ਦੀ ਪ੍ਰਤੀਨਿਧਤਾ ਕਰਦਾ ਹੈਗਾ। ਨੈਕਸਟ ਹੈ ਜੀ ਆਰਟੀਕਲ 110 ਦੇ ਵਿੱਚ ਜਿਹੜਾ ਹੈ ਧਨ ਬਿੱਲ ਹੈ, ਮਨੀ ਬਿੱਲ ਹੈ, ਉਸ ਦੀ ਪਰਿਭਾਸ਼ਾ ਦਿੱਤੀ ਗਈ ਹੈ। ਮਨੀ ਬਿੱਲ ਕੀ ਹੁੰਦਾ ਹੈਗਾ? ਟੈਕਸ, ਸਰਕਾਰੀ ਖਰਚੇ ਅਤੇ ਹੋਰ ਵਿੱਤੀ ਮੁੱਦਿਆਂ ਨੂੰ ਜਿਹੜਾ ਹੈ ਸੰਬੋਧਨ ਕਰਨ ਵਾਲਾ ਇੱਕ ਬਿੱਲ ਹੁੰਦਾ ਹੈਗਾ। ਧਨ ਬਿੱਲ ਜਿਹੜਾ ਹੈ ਉਹ ਲੋਕ ਸਭਾ ਦੇ ਵਿੱਚ ਹਮੇਸ਼ਾ ਰਾਸ਼ਟਰਪਤੀ ਦੀ ਸਿਫਾਰਿਸ਼ ਦੇ ਉੱਪਰ ਪੇਸ਼ ਕੀਤਾ ਜਾਂਦਾ ਹੈ ਅਤੇ ਇਸ ਬਿੱਲ ਨੂੰ ਤਿਆਰ ਕਰਵਾਇਆ ਜਾਂਦਾ ਹੈਗਾ ਉਸ ਸਮੇਂ ਦੇ ਵਿੱਤ ਮੰਤਰੀ ਦੇ ਦੁਆਰਾ, ਕਿਉਂਕਿ ਸਾਰਾ ਰਿਕਾਰਡ ਜਿਹੜਾ ਉਸ ਕੋਲੇ ਹੁੰਦਾ ਹੈਗਾ। ਵਿੱਤ ਮੰਤਰੀ ਇਸ ਨੂੰ ਤਿਆਰ ਕਰਾਉਂਦਾ ਹੈਗਾ ਤੇ ਸਿਫਾਰਿਸ਼ ਕਰਦਾ ਹੁੰਦਾ ਹੈ ਰਾਸ਼ਟਰਪਤੀ। ਇਹਦੇ ਵਿੱਚ ਇਹ ਜ਼ਰੂਰੀ ਹੁੰਦਾ ਹੈ ਕਿ ਜਦੋਂ ਵੀ ਇਸ ਬਿੱਲ ਨੂੰ ਪੇਸ਼ ਕੀਤਾ ਜਾਂਦਾ ਤਾਂ ਹਮੇਸ਼ਾ ਜਿਹੜਾ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ, ਰਾਜ ਸਭਾ ਦੇ ਵਿੱਚ ਆਪਾਂ ਇਸ ਬਿੱਲ ਨੂੰ ਪੇਸ਼ ਨਹੀਂ ਕਰ ਸਕਦੇ ਹੁੰਦੇ, ਕਿਉਂਕਿ ਇਹ ਅਧਿਕਾਰ ਨਹੀਂ ਹੈਗਾ ਧਨ ਬਿੱਲ ਨੂੰ ਲੈ ਕੇ। ਜਦੋਂ ਇਸ ਨੂੰ ਲੋਕ ਸਭਾ ਨੇ ਪਾਸ ਕਰ ਦਿੱਤਾ ਹੈ ਬਹੁਮਤ ਦੇ ਨਾਲ, 2/3 ਬਹੁਮਤ ਦੇ ਨਾਲ, ਤਾਂ ਇਸ ਤੋਂ ਬਾਅਦ ਇਹ ਅੱਗੇ ਰਾਜ ਸਭਾ ਦੇ ਵਿੱਚ ਚਲਾ ਜਾਂਦਾ ਹੈ ਤਾਂ ਰਾਜ ਸਭਾ ਇਹਦੇ ਉੱਪਰ ਆਪਣਾ ਐਕਸ਼ਨ ਜਿਹੜਾ ਉਹ ਲੈ ਸਕਦੀ ਹੈ। ਸੋ ਇਹਦੇ ਵਿੱਚ ਕੋਈ ਖਾਸ ਜਿਹੜੀ ਉਹ ਮੋਡੀਫਿਕੇਸ਼ਨ ਨਹੀਂ ਕਰ ਸਕਦੀ। ਸੋ ਇਸ ਲਈ ਜੇਕਰ ਉਸ ਨੂੰ ਕੋਈ ਕਮੀ ਲੱਗਦੀ ਵੀ ਹੈ ਤਾਂ ਇਹਦੇ ਵਿੱਚ ਕੋਈ ਚੇਂਜਸ ਜਿਹੜੀ ਉਹ ਨਹੀਂ ਕਰ ਸਕਦੀ ਜਾਂ ਕੋਈ ਸਿਫਾਰਿਸ਼ ਨਹੀਂ ਐਡ ਕਰ ਸਕਦੀ। ਅਗਰ ਉਹਨੂੰ ਲੱਗਦਾ ਹੈ ਥੋੜ੍ਹਾ ਬਹੁਤਾ ਤਾਂ ਐਡ ਕਰ ਸਕਦਾ ਹੁੰਦਾ ਹੈ ਤੇ ਉਸ ਨੂੰ ਬਾਅਦ ਦੇ ਵਿੱਚ ਉਹ ਅੱਗੇ ਭੇਜ ਸਕਦਾ ਹੈ। ਠੀਕ ਹੈ, ਪਰ ਸਪੈਸ਼ਲੀ ਯਾਦ ਰੱਖਣਾ ਕਿ ਜਿਹੜੀ ਰਾਜ ਸਭਾ ਹੈ ਉਹ ਜੇਕਰ ਧਨ ਬਿੱਲ ਯਾਨੀ ਕਿ ਮਨੀ ਬਿੱਲ ਦੇ ਉੱਪਰ ਕੋਈ ਐਕਸ਼ਨ ਨਹੀਂ ਲੈਂਦੀ ਲਗਾਤਾਰ 14 ਦਿਨਾਂ ਤੱਕ, ਯਾਨੀ ਕਿ 14 ਦਿਨਾਂ ਤੱਕ ਬਿੱਲ ਉਹਨਾਂ ਕੋਲੇ ਪਿਆ ਰਹਿੰਦਾ ਹੈ, ਤਾਂ ਧਨ ਬਿੱਲ ਐਜ਼ ਇਟ ਉਸੇ ਤਰੀਕੇ ਦੇ ਨਾਲ ਪਾਸ ਹੋ ਜਾਵੇਗਾ ਜਿਸ ਤਰੀਕੇ ਦੇ ਨਾਲ ਲੋਕ ਸਭਾ ਨੂੰ ਉਸਨੇ ਪਾਸ ਕੀਤਾ ਸੀਗਾ। ਮਤਲਬ ਕਿ ਧਨ ਬਿੱਲ ਨੂੰ ਪਾਸ ਕਰਨ ਸੰਬੰਧੀ ਰਾਜ ਸਭਾ ਦੇ ਕੋਲੇ ਕੋਈ ਸ਼ਕਤੀ ਨਹੀਂ ਹੈਗੀ, ਇਹ ਸ਼ਕਤੀ ਸਿਰਫ ਲੋਕ ਸਭਾ ਦੇ ਕੋਲ ਹੀ ਹੈਗੀ। ਨੈਕਸਟ ਹੈ ਜੀ ਅੱਗੇ 170 ਨੰਬਰ। ਭਾਰਤ ਦਾ ਰਾਸ਼ਟਰਪਤੀ 1.5 ਸਾਲ ਦੀ ਮਿਆਦ ਲਈ ਅਹੁਦਾ ਸੰਭਾਲਦਾ ਹੈ। 6 ਸਾਲਾਂ ਦੇ ਲਈ, 4 ਸਾਲਾਂ ਦੇ ਲਈ, 5 ਸਾਲਾਂ ਦੇ ਲਈ ਜਾਂ ਫਿਰ 3 ਸਾਲਾਂ ਦੇ ਲਈ। ਭਾਰਤ ਦਾ ਰਾਸ਼ਟਰਪਤੀ ਜਿਹੜਾ ਹੈਗਾ ਇਹ 5 ਸਾਲਾਂ ਦੇ ਲਈ ਚੁਣਿਆ ਜਾਂਦਾ ਹੈਗਾ ਤੇ 5 ਸਾਲਾਂ ਤੱਕ ਆਪਣਾ ਜਿਹੜਾ ਹੈ ਕਾਰਜਕਾਲ ਪੂਰਾ ਕਰਦਾ ਹੈ। 5 ਸਾਲਾਂ ਤੋਂ ਪਹਿਲਾਂ ਵੀ ਹਟਾਇਆ ਜਾ ਸਕਦਾ ਹੈ। ਸੋ ਇਹ ਪ੍ਰਕਿਰਿਆ ਜੀ ਉਹ ਮਹਾਦੋਸ਼ ਦਾ ਮੁਕੱਦਮਾ ਹੈ ਜੋ ਕਿ ਬਹੁਤ ਘੱਟ ਸਕਸੈਸਫੁਲ ਹੁੰਦੀ ਹੈਗੀ। ਸੋ ਇਸ ਕਰਕੇ ਆਪਾਂ ਇਸ ਨੂੰ ਇਸ ਦੇ ਵਿੱਚ ਐਡ ਨਹੀਂ ਕਰਦੇ, ਬਟ ਨਾਰਮਲੀ ਇਹਨਾਂ ਦਾ ਜਿਹੜਾ ਕਾਰਜਕਾਲ ਹੈ ਉਹ 5 ਸਾਲਾਂ ਦਾ ਰਹਿੰਦਾ ਹੈ। ਸੰਵਿਧਾਨ ਦੇ ਅਨੁਛੇਦ 56 ਧਾਰਾ 1 ਦੇ ਵਿੱਚ ਇਹ ਵਿਵਸਥਾ ਕੀਤੀ ਗਈ ਕਿ ਭਾਰਤ ਦਾ ਰਾਸ਼ਟਰਪਤੀ ਉਸ ਮਿਤੀ ਤੋਂ 5 ਸਾਲ ਤੱਕ ਦੀ ਮਿਆਦ ਦੇ ਉੱਪਰ ਅਹੁਦਾ ਸੰਭਾਲੇਗਾ ਜਿਸ ਦਿਨ ਤੋਂ ਉਹ ਆਪਣੀ ਅਹੁਦੇ ਦੀ ਸਹੁੰ ਚੁੱਕ ਲੈਂਦਾ ਹੈਗਾ। ਤਾਂ ਮਤਲਬ 5 ਸਾਲਾਂ ਤੱਕ ਇਹ ਕੰਮ ਕਰਦਾ ਹੈ। ਇਸ ਤੋਂ ਇਲਾਵਾ ਕੁਝ ਹੋਰ ਪ੍ਰਮੁੱਖ ਅਧਿਕਾਰੀ ਜਿਨ੍ਹਾਂ ਦੇ ਕਾਰਜਕਾਲ ਦੀ ਗੱਲ ਕਰੀਏ, ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੋਨਾਂ ਦਾ ਕਾਰਜਕਾਲ 5-5 ਸਾਲਾਂ ਦਾ ਹੈਗਾ। ਕੰਟਰੋਲਰ ਅਤੇ ਮਹਾਲੇਖਕ ਪ੍ਰੀਖਕ ਇਹਨਾਂ ਦਾ ਵੀ ਕਾਰਜਕਾਲ ਜਿਹੜਾ ਉਹ 5 ਸਾਲ ਹੈ। ਭਾਰਤ ਦੇ ਮੁੱਖ ਚੋਣ ਕਮਿਸ਼ਨਰ ਤੇ ਦੂਜੇ ਕਮਿਸ਼ਨਰ ਜਿਹੜੇ ਹੈਗੇ ਨੇ ਉਹਨਾਂ ਦਾ ਕਾਰਜਕਾਲ ਵੀ ਜਿਹੜਾ ਉਹ 5 ਸਾਲ ਦੇ ਕਰੀਬ ਹੈ। ਸੰਘ ਲੋਕ ਸੇਵਾ ਕਮਿਸ਼ਨ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਤੇ ਇਸ ਦੇ ਦੂਸਰੇ ਮੈਂਬਰ ਇਹ ਵੀ ਜਿਹੜੇ ਉਹ 5 ਸਾਲਾਂ ਦੇ ਲਈ ਚੁਣੇ ਜਾਂਦੇ ਹੈ। ਵਿੱਤ ਆਯੋਗ ਦੇ ਅਧਿਆਕਸ਼ ਅਤੇ ਇਸ ਦੇ ਹੋਰ ਅਧਿਕਾਰੀ ਇਹ ਵੀ 5 ਸਾਲਾਂ ਦੇ ਲਈ ਚੁਣੇ ਜਾਂਦੇ ਹੈਗੇ ਨੇਗੇ। ਭਾਰਤ ਦਾ ਅਟਾਰਨੀ ਜਨਰਲ ਜਿਹੜਾ ਹੈ ਉਹ 6 ਸਾਲ ਜਾਂ 65 ਸਾਲ ਇਹਨਾਂ ਦੇ ਅਕੋਰਡਿੰਗ ਹੁੰਦਾ। ਮਤਲਬ ਜੇਕਰ ਉਹ ਜਦੋਂ ਚੁਣ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਜੇਕਰ ਉਹਦਾ 6 ਸਾਲਾਂ ਦਾ ਕਾਰਜਕਾਲ ਪਹਿਲਾਂ ਪੂਰਾ ਹੋ ਜਾਂਦਾ ਹੈ ਤਾਂ ਉਸ ਨੂੰ 65 ਸਾਲ ਤੋਂ ਪਹਿਲਾਂ ਹੀ ਰਿਟਾਇਰ ਕਰ ਦਿੱਤਾ ਜਾਊਗਾ। ਜੇ ਉੱਥੇ ਉਸਦੀ 65 ਸਾਲ ਦੀ ਉਮਰ ਦੇ ਉੱਪਰ ਜਾ ਕੇ ਉਹਦਾ ਕਾਰਜਕਾਲ ਪੂਰਾ ਹੁੰਦਾ ਹੈ ਤਾਂ ਉਹ 6 ਸਾਲ ਦੇ ਕਾਰਜਕਾਲ ਤੋਂ ਪਹਿਲਾਂ ਵੀ ਉਸ ਨੂੰ ਹਟਾਇਆ ਜਾ ਸਕਦਾ। ਮਤਲਬ ਦੋਨਾਂ ਦੇ ਵਿੱਚੋਂ ਜਿਹੜੀ ਚੀਜ਼ ਪਹਿਲਾਂ ਪੂਰੀ ਹੋ ਜਾਵੇਗੀ ਉਹਦੇ ਅਕੋਰਡਿੰਗ ਉਸ ਨੂੰ ਰਿਟਾਇਰ ਕਰ ਦਿੱਤਾ ਜਾਊਗਾ। ਸੰਯੁਕਤ ਲੋਕ ਸੇਵਾ ਆਯੋਗ ਦੇ ਅਧਿਆਕਸ਼ ਤੇ ਅਧਿਕਾਰੀ
ओके, ये संयुक्त नहीं गए, ये यूनीयन की गल की गई, ठीक है, यूनाइटेड है। ये 6 साल ਜਾਂ 62 साल सेम है जो आप उपरले अटारनी जनरल की की है। जेकर 6 साल ਜਾਂ 62 साल के जी चीज़ पहला पूरी हो जाएगी वो अकॉर्डिंग इन्हों रिटायर कर दिता जाऊगा। सुप्रीम कोर्ट का जज जोड़ा है वो 65 साल की उम्र के रिटायर हो जाऊगा, ठीक है, यानी कि 65 साल की उम्र के रिटायर कर दिता जाऊगा। हाई कोर्ट का जज जोड़ा है वो 62 साल की उम्र के रिटायर कर दिता जाता है। सो यह है कुछ होर प्रमुख अधिकारी जिन्हों के कार्यकाल बारे आप डिस्कस किया है। नैक्सट 171 नंबर, भारत ਦੇ ਵਿੱਚ ਦੋਨਾਂ ਸਦਨਾਂ ਵਾਲੀ ਪਹਿਲੀ ਚੁਣੀ ਹੋਈ ਸੰਸਦ ਕਿਸ ਸਾਲ ਹੋਣ ਦੇ ਵਿੱਚ ਆਈ ਸੀਗੀ? 1952 ਦੇ ਵਿੱਚ, 1947 ਦੇ ਵਿੱਚ, 1951 ਦੇ ਵਿੱਚ ਜਾਂ 1956 ਦੇ ਵਿੱਚ? ਭਾਰਤ ਦੇ ਵਿੱਚ ਦੋਨਾਂ ਸਦਨਾਂ ਵਾਲੀ ਪਹਿਲੀ ਚੁਣੀ ਹੋਈ ਸੰਸਦ मतलब कि ਪਹਿਲੀ ਵਾਰ ਜਿਹੜੀ ਸੰਸਦ ਹੈਗੀ ਉਹ ਕਿਹੜੇ ਸਾਲ ਦੇ ਵਿੱਚ ਚੁਣੀ ਗਈ ਸੀ? ਤਾਂ ਸਾਲ 1952 ਦੇ ਵਿੱਚ ਚੁਣੀ ਗਈ ਸੀ, ਜਿਸ ਦੇ ਵਿੱਚ ਲੋਕ ਸਭਾ ਵੀ ਤੇ ਰਾਜ ਸਭਾ ਵੀ ਜਿਹੜੀ ਹੈ ਉਹ 1952 ਦੇ ਵਿੱਚ ਆਪਣਾ ਪੀਰੀਅਡ ਜਿਹੜਾ ਹੈ ਉਹ ਸ਼ੁਰੂ ਕਰਦੀ ਹੈਗੀ। ਓਕੇ, ਦੋਨਾਂ ਸਦਨਾਂ ਦੀ ਗੱਲ ਕੀਤੀ ਹੈ। ਨੈਕਸਟ ਹੈ 172 ਨੰਬਰ, 17ਵੀਂ ਲੋਕ ਸਭਾ ਦੇ ਪ੍ਰੋਟੇਮ ਸਪੀਕਰ ਦੇ ਵਜੋਂ ਕਿਸ ਨੂੰ ਚੁਣਿਆ ਗਿਆ ਸੀ? ਸੋਮਨਾਥ ਚੈਟਰਜੀ ਨੂੰ, ओम बिरला नूं, वरिंदर कुमार नूं जां सुमित्रा महाजन नूं? 17ਵੀਂ लोक सभा ਦੇ ਵਿੱਚ प्रोटेम स्पीकर ਦੇ ਵਜੋਂ ਚੁਣਿਆ ਗਿਆ ਸੀਗਾ ਜੀ ਵਰਿੰਦਰ ਕੁਮਾਰ ਨੂੰ, ਜੋ ਕਿ ਮੱਧ ਪ੍ਰਦੇਸ਼ ਤੋਂ ਸੀਗੇ। ਅਤੇ 17ਵੀਂ ਲੋਕ ਸਭਾ ਦੇ ਜਿਹੜੇ ਸਪੀਕਰ ਦੇ ਤੌਰ ਦੇ ਉੱਪਰ ਚੁਣੇ ਗਏ ਸੀਗੇ ਉਹ ਸੀਗੇ ਜੀ ਓਮ ਬਿਰਲਾ, ਜੋ ਕਿ ਵਰਤਮਾਨ ਸਮੇਂ ਵੀ ਜਿਹੜਾ ਹੈ ਉਹ ਕੰਮ ਕਰ ਰਹੇ ਹੈਗੇ ਨੇ। ਪਰ ਆਪਾਂ ਇੱਥੇ ਸ਼ਬਦ ਵਰਤੇ ਹੈ प्रोटेम स्पीकर। प्रोटेम स्पीकर कौन होंदा है, की होंदा, इस बारे भी आप चर्चा करते हैं। वर्तमान समय जिहड़ा है वरिंदर कुमार है, जो कि मध्य प्रदेश तो भाजपा संसद का मैंबर है, तो 17वीं लोक सभा दे विच इसनूं जिहड़ा है प्रोटम जिहड़ा है वो चुनिया गया सीगा। प्रोटैम स्पीकर की होंदा है? प्रोटैम स्पीकर जिहड़ा है वो एक सीमित समय के लिए एक नियुक्त किया गया अस्थाई स्पीकर होंदा है, नॉन परमानेंट होंदा, यानी कि कुछ क दिनों तक जिहड़ा उसनूं चुनिया जाता है गा। प्रोटैम स्पीकर की लोड़ क्यों पैंदी है? सो इहदा मुख कारण होंदा है कि लोक सभा चाहे विधान सभा राज्यां दे विच जिहड़ी हुंदी आ उहदा स्पीकर नवें चुने गए हुंदे हैगे जिहड़े वो सदन की पहली मीटिंग तो तुरंत पहला आउंदा जिहड़ा वो खाली हुंदा। मतलब जदों लोक सभा जां विधान सभा चुन लई जांदी है तो उस समय के उपर लोक सभा का जां विधान सभा का स्पीकर नहीं हुंदा, उहदा आउंदा खाली पिया हुंदा है। उस आउंदे नूं पहलां तो ही भरन दे लई जिहड़ा है एक व्यक्ति चुनिया जाता है ताकि वो बाकी दीयां कार्रवाइयां कर सके। जदों तक स्पीकर नहीं चुनिया जाता तो उहदे लई प्रोटैम स्पीकर जिहड़ा है उहदी नियुक्ति कर लई जांदी हैगी। ये सब तो सीनियर मैंबर हुंदा हैगा लोक सभा का जां विधान सभा दे दोनां दे विचों जिथे भी स्पीकर बनाया जाऊगा तो स्पीकर दे वजों इसनूं चुन लिया जाता है। ये कुछ क दिनां लई हुंदा हैगा, स्पीकर की खाली सीट नूं भरन दे लई जिहड़ा है इसनूं चुनिया जाता है ताकि जिहड़े जिन्ना टाइम तक स्पीकर नहीं चुनिया जाता उन्ने टाइम तक जिहड़ा है उन्हां दे जिहड़े काम नेगे वो प्रोटेम जिहड़ा है कर सके। इहदी नियुक्ति जिहड़ी हैगी अगे जेकर आप लोक सभा दे विच करिए तो लोक सभा दे विच इसदी नियुक्ति राष्ट्रपति करता है, राज विधान सभा दे विच इहदी नियुक्ति जिहड़ी है वो राज्यपाल करता है। सिंपल जा है। ओके, प्रोटेम स्पीकर दे लई आउंदे दी जिहड़ी सौं है लोक सभा दे विच स्पीकर जिहड़ा है उसनूं राष्ट्रपति चुकावेगा अते राज्यपाल जिहड़ा है वो राज विधान सभा दे स्पीकर नूं सौं चुकावेगा। कार्ज की गल करिए तो प्रोटेम स्पीकर का मुख फर्ज हुंदा है कि जिहड़े भी नवें चुने गए मैंबर हुंदे आ उन्हां सारिआं नूं सौं चुकाउण दा काम इस दे अंडर हुंदा हैगा। मेन काम सौं चुकाउणा है क्योंकि इस तो बाद भी वो काफ़ी सारे काम जिहड़े स्पीकर करदा है, पर इहदा प्रमुख काम हुंदा है बाकियां नूं सौं चुकाउणा। संविधान की धारा 180 यानी कि आर्टिकल 180 धारा 1 दे विच राज्यपाल नूं प्रोटैम स्पीकर नियुक्त करन दा अधिकार दिता गया है राज विधान सभा दे विच। उम्मीद है कि तुहानूं क्लीयर हो गया होगा, काफ़ी इंपॉर्टेंट कंसैप्ट सीगा। नैक्सट है जी 173 नंबर, लोक सभा के 550 मैंबरां दे विचों डैश मैंबरां राज्यां की प्रतिनिधित्व करते हैं? 524, 530, 20 मैंबर या फिर 520? सो इसका सही आंसर है जी बी आंसर। सो लोक सभा के वर्तमान समय वध तो वध मैंबर जिहड़े हैगे नेगे वो 550 हैगे ने। उन्हां दे विचों 530 मैंबर जिहड़े है वो राज्यां नूं प्रजेंट करते हैगे आ अते 20 मैंबर जिहड़े हैगे आ वो यूनियन टैरेटरी नूं प्रजेंट करते हुंदे, यानी कि केंद्र शासित प्रदेशों नूं प्रजेंट करते हैगे नेगे। तो मैं पहला डायग्राम समझा देती हैगी, सो इस करके इसनूं जिहड़ा है याद रख लेना है, ठीक है सारी ही। सो 530 मैंबर जेकर वध तो वध की गल करिए राज्यां दे विचों हुंदे आ अते 20 मैंबर जिहड़े हुंदे हैगे वो यूनियन टैरेटरी दे विचों हुंदे आ। वर्तमान समय राज्यां दे विचों 524 मैंबर काम कर रहे हैं ते केंद्र शासित प्रदेशों दे विचों 19 मैंबर काम कर रहे हैं। पर जदों ये वध तो वध की गल करूगी तो उत्थे स्टेटां दे विचों 530 मैंबर रहणगे अते यूनियन टैरेटरी दे विचों जिहड़े हैगे आ वो 20 मैंबर काम करनगे, वध तो वध जेकर हो जांदे हैगे। नैक्सट है 174 नंबर, भारत के उप राष्ट्रपति के वजों नियुक्ति लई घट तो घट उम्र कितनी चाहिए है? 30 साल की, 25 साल की, 35 साल की जां 18 साल की?
ਭਾਰਤ ਦਾ ਉਪ ਰਾਸ਼ਟਰਪਤੀ ਬਣਨ ਦੇ ਲਈ ਘੱਟ ਤੋਂ ਘੱਟ ਉਮਰ ਜਿਹੜੀ ਹੈ ਉਹ ਨਿਰਧਾਰਿਤ ਕੀਤੀ ਗਈ ਹੈਗੀ ਹੈ ਜੀ 35 ਸਾਲ ਦੀ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਅਤੇ ਰਾਜਪਾਲ ਇਹਨਾਂ ਤਿੰਨਾਂ ਦੀ ਜਿਹੜੀ ਉਮਰ ਹੈਗੀ ਹੈ ਜੀ ਉਹ 35 ਸਾਲ ਦੀ ਉਮਰ ਨਿਰਧਾਰਿਤ ਕੀਤੀ ਹੋਈ ਹੈਗੀ। ਕਾਫੀ ਇੰਪੋਰਟੈਂਟ ਹੈ, ਤਿੰਨਾਂ ਨੂੰ ਲੈ ਕੇ ਕਾਫੀ ਸਾਰੇ ਸਵਾਲ ਜਿਹੜੇ ਆਉਂਦੇ ਹੁੰਦੇ ਆ। ਸੋ 35 ਸਾਲ ਤੁਸੀਂ ਜਿਹੜੀ ਆ ਉਹ ਯਾਦ ਰੱਖਣੀ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 66 ਦੇ ਤਹਿਤ ਕਿਹਾ ਗਿਆ ਕਿ ਕੋਈ ਵੀ ਵਿਅਕਤੀ ਉਪ ਰਾਸ਼ਟਰਪਤੀ ਚੋਣ ਦੇ ਲਈ ਯੋਗ ਨਹੀਂ ਹੋਵੇਗਾ ਜਦੋਂ ਤੱਕ ਉਹ 35 ਸਾਲ ਦੀ ਉਮਰ ਪੂਰੀ ਨਹੀਂ ਕਰਦਾ, ਤੇ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ ਤੇ ਸੰਵਿਧਾਨ ਦੇ ਮੈਂਬਰ ਦੇ ਵਜੋਂ ਜਿਹੜਾ ਹੈ ਉਹ ਚੋਣ ਦੇ ਲਈ ਯੋਗ ਹੋਣਾ ਚਾਹੀਦਾ, ਨਹੀਂ ਤਾਂ ਉਸ ਨੂੰ ਜਿਹੜਾ ਹੈ ਮੈਂਬਰ ਦੇ ਰੂਪ ਦੇ ਵਿੱਚ ਮਾਨਤਾ ਨਹੀਂ ਦਿੱਤੀ ਜਾਊਗੀ। ਕੁਝ ਹੋਰ ਜਿਹੜੀਆਂ ਏਜਸ ਨੇ ਉਹ ਵੀ ਇਹਦੇ ਵਿੱਚ ਐਡ ਕਰ ਦਿੱਤੀਆਂ ਨੇ, ਜਿਵੇਂ ਕਿ ਰਾਸ਼ਟਰਪਤੀ ਦੀ ਆਉਂਦੇ ਲਈ ਘੱਟ ਤੋਂ ਘੱਟ ਉਮਰ 35 ਸਾਲ ਹੈ, ਧਾਰਾ 58(1) ਦੇ ਵਿੱਚ ਜਿਹੜਾ ਇਹ ਮੈਂਸ਼ਨ ਕੀਤਾ ਗਿਆ ਹੈ। ਉਪ ਰਾਸ਼ਟਰਪਤੀ ਬਣਨ ਦੀ ਜਿਹੜੀ ਉਮਰ ਹੈ ਘੱਟ ਤੋਂ ਘੱਟ 35 ਸਾਲ ਹੈ, ਇਹ ਵੀ ਮੈਂ ਤੁਹਾਨੂੰ ਦੱਸਿਆ ਧਾਰਾ 66 ਧਾਰਾ 3 ਦੇ ਵਿੱਚ ਹੈ। ਓਕੇ, ਰਾਜਪਾਲ ਦੇ ਆਉਂਦੇ ਲਈ ਜਿਹੜੀ ਚੋਣ ਦੇ ਲਈ ਉਮਰ ਹੈਗੀ ਉਹ 35 ਸਾਲ ਨਿਰਧਾਰਿਤ ਕੀਤੀ ਗਈ ਹੈ। ਸੰਸਦ ਦਾ ਮੈਂਬਰ ਜਿਸ ਦੇ ਵਿੱਚ ਲੋਕ ਸਭਾ ਦੇ ਵਜੋਂ ਜੇਕਰ ਮੈਂਬਰ ਬਣਨਾ ਹੈ ਤਾਂ ਤੁਹਾਡੀ ਉਮਰ ਜਿਹੜੀ ਹੈ ਉਹ 25 ਸਾਲ ਦੀ ਹੋਣੀ ਚਾਹੀਦੀ ਹੈ। ਵਿਧਾਇਕ ਦੇ ਵਜੋਂ ਚੋਣ ਲਈ ਜਿਹੜੀ ਹੈ ਘੱਟ ਤੋਂ ਘੱਟ ਉਮਰ ਜਿਹੜੀ ਹੈਗੀ ਉਹ 25 ਸਾਲ ਨਿਰਧਾਰਿਤ ਕੀਤੀ ਗਈ ਹੈਗੀ। ਵਿਧਾਇਕ ਦਾ ਮਤਲਬ ਹੈ ਰਾਜ ਵਿਧਾਨ ਸਭਾ, ਰਾਜ ਵਿਧਾਨ ਸਭਾ ਦੀ ਗੱਲ ਕੀਤੀ ਗਈ, ਉਹਦੇ ਲਈ 25 ਸਾਲ ਦੀ ਉਮਰ ਹੋਣੀ ਚਾਹੀਦੀ ਆ। ਸੰਸਦ ਮੈਂਬਰ ਬਣਨ ਦੇ ਲਈ ਰਾਜ ਸਭਾ ਦੇ ਵਿੱਚ ਜੇਕਰ ਉਮਰ ਦੀ ਗੱਲ ਕਰੀਏ ਤਾਂ 30 ਸਾਲ ਦੀ ਉਮਰ ਜਿਹੜੀ ਆ ਉਹ ਹੋਣੀ ਚਾਹੀਦੀ ਆ। ਆਰਟੀਕਲ ਤੁਸੀਂ ਪੜ੍ਹ ਲੈਣਾ, ਕਿਉਂਕਿ ਆਰਟੀਕਲ ਮੈਂ ਇਹਦੇ ਵਿੱਚ ਨਹੀਂ ਐਡ ਕਰਾਂਗਾ, ਕਿਉਂਕਿ ਆਪਾਂ ਇਕੱਲੀ ਏਜ ਦੀ ਹੀ ਗੱਲ ਕਰਾਂਗੇ ਇਸ ਦੇ ਵਿੱਚ। MLA ਵਜੋਂ ਜਿਹੜਾ ਹੈ ਚੋਣ ਦੇ ਲਈ ਜਿਹੜੀ ਹੈ ਘੱਟ ਤੋਂ ਘੱਟ ਉਮਰ ਨਿਯੁਕਤ ਕੀਤੀ ਗਈ ਆ ਉਹ ਹੈ ਜੀ 30 ਸਾਲ ਦੀ। ਓਕੇ, ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਜੱਜ ਦੇ ਵਜੋਂ ਨਿਯੁਕਤੀ ਦੇ ਲਈ ਸਾਨੂੰ ਜਿਹੜੀ ਹੈ 65 ਸਾਲ ਦੀ ਉਮਰ ਹੈ, ਇਹ ਰਿਟਾਇਰ ਹੋਣ ਦੀ ਹੈ ਨਾ ਕਿ ਸਿਲੈਕਟ ਹੋਣ ਦੀ। ਠੀਕ ਹੈ, ਇਸ ਤੋਂ ਘੱਟ ਉਮਰ ਦਾ ਹੁੰਦਾ 65 ਸਾਲ ਦੀ ਉਮਰ ਦੇ ਉੱਪਰ ਜਾ ਕੇ ਇਹ ਰਿਟਾਇਰ ਹੋ ਜਾਂਦੇ ਹੈਗੇ ਅੱਗੇ। ਯੂਨੀਅਨ ਕਮਿਸ਼ਨ ਦੇ ਮੈਂਬਰ ਦੇ ਵਜੋਂ ਨਿਯੁਕਤੀ ਦੇ ਲਈ ਉੱਚ ਉਮਰ ਹੈਗੀ 65 ਸਾਲ ਦੀ ਉਮਰ ਦੇ ਵਿੱਚ ਜਾ ਕੇ ਇਹ ਰਿਟਾਇਰ ਹੋ ਜਾਂਦੇ ਹੈਗੇ ਆ। ਹਾਈ ਕੋਰਟ ਦੇ ਜੱਜਾਂ ਦੇ ਵਜੋਂ ਨਿਯੁਕਤੀ ਦੀ ਉਮਰ ਸੀਮਾ ਹੈ 62 ਸਾਲ ਦੀ ਉਮਰ ਦੇ ਵਿੱਚ ਜਾ ਕੇ ਇਹ ਰਿਟਾਇਰ ਹੋ ਜਾਂਦੇ ਆ। ਰਾਜ ਕਮਿਸ਼ਨ ਦੇ ਮੈਂਬਰ ਦੇ ਵਜੋਂ ਨਿਯੁਕਤੀ ਦੀ ਉਮਰ 62 ਸਾਲ ਹੈ, ਸੋ ਇਹ ਵੀ 62 ਸਾਲ ਦੀ ਉਮਰ ਦੇ ਵਿੱਚ ਜਾ ਕੇ ਰਿਟਾਇਰ ਹੋ ਜਾਂਦੇ ਆ। ਪੰਚਾਇਤ ਦਾ ਮੈਂਬਰ ਦੇ ਵਜੋਂ ਚੋਣ ਲੜਨ ਦੇ ਲਈ ਘੱਟ ਤੋਂ ਘੱਟ ਉਮਰ ਜਿਹੜੀ ਹੈ ਉਹ 21 ਸਾਲ ਨਿਰਧਾਰਿਤ ਕੀਤੀ ਗਈ ਹੈ। ਨਗਰ ਪਾਲਿਕਾ ਦੇ ਮੈਂਬਰ ਦੇ ਵਜੋਂ ਚੋਣ ਦੇ ਲਈ ਜਿਹੜੀ ਹੈ ਉਮਰ ਰੱਖੀ ਗਈ ਹੈ ਉਹ 21 ਸਾਲ ਰੱਖੀ ਹੈ। ਦੋਨੋਂ ਉਮਰਾਂ ਜਿਹੜੀਆਂ 21 ਸਾਲ ਦੀਆਂ ਰੱਖੀਆਂ ਗਈਆਂ, ਪੰਚਾਇਤ ਦੇ ਮੈਂਬਰ ਦੇ ਵਜੋਂ ਵੀ ਤੇ ਨਗਰ ਪਾਲਿਕਾ ਦੇ ਮੈਂਬਰ ਦੇ ਵਜੋਂ ਵੀ। ਜੇਕਰ ਕਿਸੇ ਬੱਚੇ ਤੋਂ ਫੈਕਟਰੀ ਦੇ ਵਿੱਚ ਕੰਮ ਕਰਾਉਣਾ ਹੈ ਤਾਂ ਫੈਕਟਰੀ ਦੇ ਵਿੱਚ ਕੰਮ ਕਰਨ ਦੇ ਲਈ ਘੱਟ ਤੋਂ ਘੱਟ ਉਮਰ ਸੀਮਾ ਜਿਹੜੀ ਉਹ 14 ਸਾਲ ਰੱਖੀ ਗਈ ਹੈਗੀ ਆ। ਆਰਟੀਕਲ 24 ਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ ਹੈ। ਭਾਰਤ ਦੇ ਵਿੱਚ ਜਿਹੜਾ ਹੈ ਵੋਟਰ ਦੇ ਤੌਰ ਦੇ ਉੱਪਰ ਆਪਣਾ ਨਾਮ ਰਜਿਸਟਰ ਕਰਾਉਣ ਦੇ ਲਈ ਉਮਰ 18 ਸਾਲ ਹੈ। ਭਾਵ ਜੇਕਰ ਤੁਸੀਂ 18 ਸਾਲ ਦੇ ਹੋ ਜਾਂਦੇ ਹੋ ਤਾਂ ਤੁਸੀਂ ਵੋਟ ਪਾਉਣ ਦਾ ਅਧਿਕਾਰ ਰੱਖਦੇ ਹੋ। ਇਹ ਆਰਟੀਕਲ 326 ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ। ਜਿਸ ਉਮਰ ਦੇ ਵਿਚਕਾਰ ਸਿੱਖਿਆ ਨੂੰ ਇੱਕ ਮੌਲਿਕ ਅਧਿਕਾਰ ਦਾ ਬਣਾਇਆ ਗਿਆ ਹੈ ਉਹ ਹੈ 6 ਤੋਂ 14 ਸਾਲ ਤੱਕ, ਯਾਨੀ ਕਿ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਜਿਹੜੀ ਆ ਉਹ ਸਰਕਾਰ ਦੇ ਵੱਲੋਂ ਪ੍ਰੋਵਾਈਡ ਕੀਤੀ ਹੈ। ਇਸੇ ਕਰਕੇ ਫੈਕਟਰੀਆਂ ਦੇ ਵਿੱਚ ਰੋਜ਼ਗਾਰ ਜਾਨੀ ਕੰਮ ਕਰਨ ਦੀ ਉਮਰ ਵੀ ਉਹ 14 ਸਾਲ ਰੱਖੀ ਹੈ, ਤਾਂ ਕਿ 14 ਸਾਲ ਤੱਕ ਬੱਚਾ ਜਿਹੜਾ ਪੜ੍ਹ ਸਕੇ, ਉਸ ਤੋਂ ਬਾਅਦ ਹੀ ਉਹ ਫੈਕਟਰੀ ਦੇ ਵਿੱਚ ਕੰਮ ਕਰ ਸਕਦਾ ਹੈ। ਨੈਕਸਟ 175 ਨੰਬਰ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸਾਲ ਡੈਸ਼ ਦੇ ਵਿੱਚ ਪਹਿਲੀ ਲੋਕ ਸਭਾ ਚੋਣ ਜਿੱਤੀ ਸੀ। 1980 ਦੇ ਵਿੱਚ, 1991 ਦੇ ਵਿੱਚ, 1998 ਦੇ ਵਿੱਚ ਜਾਂ 2004 ਦੇ ਵਿੱਚ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸਾਲ 2004 ਦੇ ਵਿੱਚ ਸਭ ਤੋਂ ਪਹਿਲੀ ਲੋਕ ਸਭਾ ਦੀ ਚੋਣ ਲੜੀ ਸੀਗੀ, ਜਿਸ ਦੇ ਵਿੱਚ ਉਹ ਜੇਤੂ ਰਹੇ ਸੀਗੇ। ਓਕੇ, ਸਾਲ 2004 ਦੇ ਵਿੱਚ। ਪ੍ਰਣਬ ਮੁਖਰਜੀ ਜਿਹੜੇ ਹੈਗੇ ਜੀ ਇਹ ਭਾਰਤ ਦੇ 13ਵੇਂ ਰਾਸ਼ਟਰਪਤੀ ਰਹੇ ਹੈਗੇ ਆ। ਸੋ ਮੈਂ ਮੈਂਸ਼ਨ ਨਹੀਂ ਕੀਤਾ, ਸੌਰੀ, ਇੱਥੇ ਪ੍ਰਣਬ ਮੁਖਰਜੀ ਭਾਰਤ ਦੇ 13ਵੇਂ ਰਾਸ਼ਟਰਪਤੀ ਰਹੇ ਆ। 2012 ਤੋਂ ਲੈ ਕੇ 17 ਤੱਕ ਇਹ ਭਾਰਤ ਦੇ ਰਾਸ਼ਟਰਪਤੀ ਰਹੇ ਹੈਗੇ। ਇਸ ਤੋਂ ਇਲਾਵਾ ਭਾਰਤ ਦੇ ਵਿੱਤ ਮੰਤਰੀ ਵੀ ਰਹੇ ਆ 2009 ਤੋਂ ਲੈ ਕੇ 2012 ਤੱਕ। ਅਤੇ ਇਸ ਤੋਂ ਇਲਾਵਾ ਭਾਰਤ ਦੇ ਜਿਹੜੇ ਹੈ ਡਿਫੈਂਸ ਮਿਨਿਸਟਰ, ਮਤਲਬ ਰੱਖਿਆ ਮੰਤਰੀ ਰੂਪ ਦੇ ਵਿੱਚ ਸਾਲ 2004 ਤੋਂ ਲੈ ਕੇ 2006 ਤੱਕ ਇਹਨਾਂ ਨੇ ਕੰਮ ਕੀਤਾ ਸੀਗਾ। ਇਸ ਤੋਂ ਇਲਾਵਾ ਫੋਰਨ ਮਿਨਿਸਟਰ ਵੀ ਰਹੇ ਹੈਗੇ ਆ, ਵਿਦੇਸ਼ ਮੰਤਰੀ ਤੌਰ ਦੇ ਉੱਪਰ ਸਾਲ 2006 ਤੋਂ ਲੈ ਕੇ 2009 ਤੱਕ ਇਸ ਨੇ ਕੰਮ ਕੀਤਾ ਸੀਗਾ। ਲੋਕ ਸਭਾ ਦੇ 15ਵੇਂ ਨੇਤਾ ਦੇ ਅਕੋਰਡਿੰਗ ਜਿਹੜਾ ਇਹਨਾਂ ਨੇ ਕੰਮ ਕੀਤਾ ਸੀਗਾ, ਜੋ ਕਿ 2004 ਤੋਂ ਲੈ ਕੇ 2012 ਤੱਕ। ਸੋ ਇਹ ਪਹਿਲੀ ਵਾਰ ਇੱਥੇ ਜਿਹੜਾ ਹੈ ਉਹ ਜਿੱਤੇ ਸੀਗੇ ਜੀ, ਇਹ ਵੀ ਯਾਦ ਰੱਖਣਾ ਹੈ, ਯੂਪੀ ਦੇ ਵਿੱਚ। ਓਕੇ, ਅਤੇ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਦੇ ਰੂਪ ਦੇ ਵਿੱਚ ਵੀ ਕੰਮ ਕੀਤਾ ਹੈ ਸਾਲ 1991 ਤੋਂ ਲੈ ਕੇ 1996 ਤੱਕ। ਰਾਜ ਸਭਾ ਦੇ 14ਵੇਂ ਨੇਤਾ ਦੇ ਰੂਪ ਦੇ ਵਿੱਚ ਕੰਮ ਕੀਤਾ ਨੇ 1980 ਤੋਂ ਲੈ ਕੇ 1984 ਤੱਕ। ਸੰਸਦ ਦੇ ਮੈਂਬਰਾਂ ਦੇ ਵਿੱਚ ਲੋਕ ਸਭਾ ਦੇ ਲਈ ਜਿਹੜਾ ਹੈ ਇਹਨਾਂ ਨੇ 2004 ਤੋਂ ਲੈ ਕੇ 2012 ਤੱਕ ਕੰਮ ਕੀਤਾ, ਸੋ ਉਸ ਦੇ ਵਿੱਚ ਹੀ ਐਡ ਕਰ ਦਿੰਦੇ ਆ। ਸੰਸਦ ਮੈਂਬਰ ਰਾਜ ਸਭਾ ਦੇ ਤੌਰ ਦੇ ਉੱਪਰ ਜੇਕਰ ਕੰਮ ਕਰੀਏ ਤਾਂ ਇਸਨੇ 1969 ਤੋਂ ਲੈ ਕੇ 1981 ਤੱਕ ਜਿਹੜਾ ਹੈ ਉਹ ਕੰਮ ਕੀਤਾ ਸੀਗਾ। 31 ਅਗਸਤ 2020 ਨੂੰ ਇਹਨਾਂ ਦਾ ਦੇਹਾਂਤ ਹੋ ਗਿਆ ਸੀਗਾ ਨਵੀਂ ਦਿੱਲੀ ਦੇ ਵਿੱਚ। ਅਤੇ ਭਾਰਤ ਦੇ 2 ਪ੍ਰਮੁੱਖ ਅਵਾਰਡ ਇਹਨਾਂ ਨੂੰ ਦਿੱਤੇ ਗਏ, ਜਿਨ੍ਹਾਂ ਦੇ ਵਿੱਚ ਪਦਮ ਵਿਭੂਸ਼ਣ 2008 ਦੇ ਵਿੱਚ ਅਤੇ ਭਾਰਤ ਰਤਨ 2019 ਦੇ ਵਿੱਚ ਇਹਨਾਂ ਨੂੰ ਪੁਰਸਕਾਰ ਦਿੱਤਾ ਗਿਆ ਸੀਗਾ।
ठीक है। ਜਿਹੜੀਆਂ ਮੈਂ ਡੇਟਸ ਲਿਖੀਆਂ ਨੇ ਇਹ ਪੜ੍ਹਨੀਆਂ ਤੁਸੀਂ ਪੜ੍ਹ ਸਕਦੇ ਹੈਗੇ ਹੋ। ਵੈਸੇ ਜ਼ਿਆਦਾਤਰ ਤੁਹਾਨੂੰ ਹੀ ਪੁੱਛਣਗੇ ਕਿ ਕਿਹੜਾ ਰਾਸ਼ਟਰਪਤੀ ਭਾਰਤ ਦਾ ਵਿੱਤ ਮੰਤਰੀ ਵੀ ਰਿਹਾ ਹੈ, ਰੱਖਿਆ ਮੰਤਰੀ ਵੀ ਰਿਹਾ ਹੈ, ਵਿਦੇਸ਼ ਮੰਤਰੀ ਵੀ ਰਿਹਾ ਹੈ। ਸੋ ਇਸ ਤਰ੍ਹਾਂ ਦੇ ਕੁਝ ਸਵਾਲ ਬਣ ਜਾਂਦੇ। ਪੂਰੀ ਡੇਟ ਬਹੁਤ ਘੱਟ ਪੁੱਛੀ ਜਾਂਦੀ ਹੈ, ਬਟ ਤੁਸੀਂ ਆਪਣੇ ਲੈਵਲ ਦੇ ਉੱਪਰ ਇਸ ਨੂੰ ਜ਼ਰੂਰ ਜਿਹੜਾ ਹੈ ਇੱਕ ਵਾਰੀ ਨਜ਼ਰ ਜ਼ਰੂਰ ਮਾਰ ਲੈਣੀ ਹੈ। ਨੈਕਸਟ 176 ਨੰਬਰ, ਭਾਰਤ ਦੇ ਵਿੱਚ ਰਾਜ ਦਾ ਰਾਜਪਾਲ ਕੌਣ ਨਿਯੁਕਤ ਕਰਦਾ ਹੈ? PMO ਕਰਦਾ ਹੈ, ਪ੍ਰਧਾਨ ਮੰਤਰੀ ਕਰਦਾ ਹੈ, ਮੰਤਰੀ ਮੰਡਲ ਕਰਦਾ ਹੈ ਜਾਂ ਰਾਸ਼ਟਰਪਤੀ ਕਰਦਾ ਹੈ? ਭਾਰਤ ਦੇ ਵਿੱਚ ਰਾਜਪਾਲ ਦੀ ਨਿਯੁਕਤੀ ਜਿਹੜੀ ਹੈਗੀ ਉਹ ਭਾਰਤ ਦੇ ਰਾਸ਼ਟਰਪਤੀ ਦੇ ਦੁਆਰਾ ਕੀਤੀ ਜਾਂਦੀ ਹੈਗੀ ਬਟ ਇਹਨੂੰ ਸਹੁੰ ਚੁਕਾਉਂਦਾ ਹੈ ਜੀ ਸੁਪਰੀਮ ਹਾਈ ਕੋਰਟ ਦਾ ਮੁੱਖ ਜੱਜ। ਦੋਨਾਂ ਦੇ ਵਿੱਚ ਡਿਫਰੈਂਸ ਹੈਗਾ। ਓਕੇ, ਆਰਟੀਕਲ 153 ਦੇ ਤਹਿਤ ਮੈਂਸ਼ਨ ਕੀਤਾ ਗਿਆ ਹੈ ਕਿ ਰਾਜਾਂ ਦੇ ਰਾਜਪਾਲ ਹੋਣਗੇ ਜੋ ਕਿ ਨਾਮਮਾਤਰ ਕਾਰਜਪਾਲਿਕਾ ਹੋਣਗੇ ਅਤੇ ਇਹਨਾਂ ਦੇ ਨਾਮ ਦੇ ਉੱਪਰ ਰਾਜ ਦਾ ਜਿਹੜਾ ਉਹ ਸ਼ਾਸਨ ਚੱਲਦਾ ਹੈਗਾ। ਇਹਦੇ ਨਾਲ ਹੀ ਇਹ ਵੀ ਮੈਂਸ਼ਨ ਕੀਤਾ ਗਿਆ ਹੈ ਕਿ 2 ਜਾਂ 2 ਤੋਂ ਵੱਧ ਰਾਜਾਂ ਦੇ ਲਈ ਇੱਕ ਰਾਜਪਾਲ ਹੋ ਸਕਦਾ ਹੈ। ਓਕੇ, ਇਸ ਤੋਂ ਇਲਾਵਾ ਆਰਟੀਕਲ 155 ਦੇ ਤਹਿਤ ਮੈਂਸ਼ਨ ਕੀਤਾ ਗਿਆ ਕਿ ਰਾਜਪਾਲ ਦੀ ਨਿਯੁਕਤੀ ਜਿਹੜੀ ਹੈਗੀ ਉਹ ਰਾਸ਼ਟਰਪਤੀ ਦੇ ਦੁਆਰਾ ਕੀਤੀ ਜਾਊਗੀ ਅਤੇ ਆਰਟੀਕਲ 156 ਦੇ ਵਿੱਚ ਮੈਂਸ਼ਨ ਕੀਤਾ ਗਿਆ ਕਿ ਰਾਜਪਾਲ ਦੇ ਅਹੁਦੇ ਦੀ ਮਿਆਦ ਜਿਹੜੀ ਹੈ ਉਹ 5 ਸਾਲ ਹੈ। ਹਾਲਾਂਕਿ ਇਹ ਜਿਹੜੀ ਹੈ ਰਾਸ਼ਟਰਪਤੀ ਦੀ ਇੱਛਾ ਦੇ ਉੱਪਰ ਡਿਪੈਂਡ ਹੈ ਕਿ ਜਿੰਨਾ ਟਾਈਮ ਤੱਕ ਇਹ ਰਾਸ਼ਟਰਪਤੀ ਨੂੰ ਖੁਸ਼ ਰੱਖ ਪਾਉਂਦਾ ਹੈ ਉਨੇ ਟਾਈਮ ਤੱਕ ਹੀ ਰਹਿੰਦਾ ਹੈ, ਪਰ ਨਾਰਮਲੀ 5 ਸਾਲ ਤੱਕ ਇਸ ਨੂੰ ਕਾਊਂਟ ਕੀਤਾ ਜਾਂਦਾ ਹੈ। ਆਰਟੀਕਲ 159 ਦੇ ਵਿੱਚ ਮੈਂਸ਼ਨ ਕੀਤਾ ਗਿਆ ਕਿ ਰਾਜਪਾਲ ਦੁਆਰਾ ਸਹੁੰ ਜਿਹੜੀ ਹੈ ਰਾਜਪਾਲ ਨੂੰ ਜਿਹੜੀ ਸਹੁੰ ਚੁਕਾਈ ਜਾਣੀ ਹੈਗੀ ਸਹੁੰ। ਓਕੇ, ਰਾਜਪਾਲ ਨੂੰ ਸਹੁੰ ਚੁਕਾਈ ਜਾਣੀ ਹੈ ਹਾਈ ਕੋਰਟ ਦੇ ਚੀਫ ਜਸਟਿਸ ਦੀ ਮੌਜੂਦਗੀ ਦੇ ਵਿੱਚ, ਯਾਨੀ ਕਿ ਰਾਜਪਾਲ ਨੂੰ ਸਹੁੰ ਚੁਕਾਉਣ ਦਾ ਕੰਮ ਚੀਫ ਜਸਟਿਸ ਕਰਦਾ ਹੈ ਅਤੇ ਨਿਯੁਕਤੀ ਜਿਹੜੀ ਹੈ ਉਹ ਕੇਂਦਰ ਦੇ ਦੁਆਰਾ ਜਿਹੜਾ ਹੈਗਾ ਰਾਸ਼ਟਰਪਤੀ ਦੇ ਦੁਆਰਾ ਕੀਤੀ ਜਾਂਦੀ ਹੈ। ਨੈਕਸਟ 177 ਨੰਬਰ ਕੁਐਸਚਨ, 1975 ਤੋਂ 77 ਦੀ ਐਮਰਜੈਂਸੀ ਦੌਰਾਨ ਭਾਰਤ ਦਾ ਰਾਸ਼ਟਰਪਤੀ ਕੌਣ ਸੀਗਾ? ਆਰ ਵੈਂਕਟਾ ਰਮਨ ਸੀਗਾ, ਵਰਾਗਿਰੀ ਵੈਂਕਟਾਗਿਰੀ ਸੀਗਾ, ਫਖਰੂਦੀਨ ਅਲੀ ਅਹਿਮਦ ਸੀਗਾ ਜਾਂ ਗਿਆਨੀ ਜੈਲ ਸਿੰਘ ਸੀਗਾ? ਸਾਲ 1975-77 ਦੇ ਦੌਰਾਨ ਜੇਕਰ ਆਪਾਂ ਗੱਲ ਕਰੀਏ ਜਦੋਂ ਐਮਰਜੈਂਸੀ ਲੱਗੀ ਸੀਗੀ ਅਤੇ ਭਾਰਤ ਦੇ ਵਿੱਚ ਇੱਕ ਇੰਟਰਨਲ ਕਨਫਲਿਕਟ ਜਿਹੜਾ ਹੈ ਉਹ ਪੈਦਾ ਹੋ ਗਿਆ ਸੀ। ਉਸ ਸਥਿਤੀ ਦੇ ਵਿੱਚ ਭਾਰਤ ਦੇ ਵਿੱਚ ਜੋ ਰਾਸ਼ਟਰਪਤੀ ਸੀਗਾ ਜੀ ਉਹ ਫਖਰੂਦੀਨ ਅਲੀ ਸੀਗਾ ਅਤੇ ਇਸ ਤੋਂ ਇਲਾਵਾ ਇਸ ਸਮੇਂ ਦੇ ਦੌਰਾਨ ਜੇਕਰ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਤਾਂ ਉਹ ਇੰਦਰਾ ਗਾਂਧੀ ਇਸ ਸਮੇਂ ਦੇ ਉੱਪਰ ਪ੍ਰਧਾਨ ਮੰਤਰੀ ਰਹੀ ਸੀਗੀ। 5ਵੀਂ ਲੋਕ ਸਭਾ ਚੱਲ ਰਹੀ ਸੀ, ਇਹ ਸਪੈਸ਼ਲੀ ਤੁਸੀਂ ਯਾਦ ਰੱਖਣਾ ਹੈ। ਨੈਕਸਟ ਹੈ 178 ਨੰਬਰ, 1964 ਦੇ ਵਿੱਚ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ ਭਾਰਤ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਕੌਣ ਬਣਿਆ ਸੀ? ਇਹ ਵੀ ਕਹਿ ਸਕਦੇ ਹਾਂ ਕਿ ਭਾਰਤ ਦਾ ਪਹਿਲਾ ਕਾਰਜਕਾਰੀ ਪ੍ਰਧਾਨ ਮੰਤਰੀ ਕੌਣ ਸੀਗਾ? BP ਸਿੰਘ, ਮੋਰਾਰਜੀ ਦੇਸਾਈ, ਗੁਲਜ਼ਾਰੀ ਲਾਲ ਨੰਦਾ ਅਤੇ ਚਰਨ ਸਿੰਘ। ਇਹ ਹੈ ਜੀ ਸਾਡਾ ਪਹਿਲਾ ਆਨਸਰ ਇਸਦਾ ਸੀ ਗੁਲਜ਼ਾਰੀ ਲਾਲ ਨੰਦਾ ਜਿਹੜੇ ਹੈਗੇ ਆ ਜੀ ਇਹ 1964 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ ਭਾਰਤ ਦੇ ਕਾਰਜਕਾਰੀ ਜਿਹੜੇ ਹੈਗੇ ਐਕਟਿੰਗ ਦੇ ਤੌਰ ਦੇ ਉੱਪਰ ਜਿਹੜੇ ਹੈ ਪ੍ਰਧਾਨ ਮੰਤਰੀ ਬਣਦੇ ਹੈਗੇ ਆ। ਪਹਿਲੇ ਪ੍ਰਧਾਨ ਮੰਤਰੀ ਹੈਗੇ ਜਿਹੜੇ ਕਿ ਕਾਰਜਵਾਹਕ ਰੂਪ ਦੇ ਵਿੱਚ ਕੰਮ ਕਰਦੇ ਆ ਅਤੇ ਪੰਜਾਬ ਤੋਂ ਰਹੇ ਹੈਗੇ ਨੇਗੇ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਓਕੇ, 2 ਵਾਰੀ ਬਣਦੇ ਹੈਗੇ ਜੀ ਇਹ ਗੁਲਜ਼ਾਰੀ ਲਾਲ ਨੰਦਾ ਜੀ ਜੋ ਕਿ 13 ਦਿਨਾਂ ਦਾ ਕਾਰਜਕਾਲ ਬਣਾਉਂਦੇ ਹੈਗੇ ਆ। ਪਹਿਲੀ ਵਾਰ 1964 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਮੌਤ ਤੋਂ ਬਾਅਦ ਬਣਦੇ ਹੈਗੇ ਆ। ਦੂਜੀ ਵਾਰ 1966 ਦੇ ਵਿੱਚ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਤੋਂ ਬਾਅਦ ਜਿਹੜਾ ਹੈਗਾ ਇਹ ਐਜ਼ ਏ ਪ੍ਰਧਾਨ ਮੰਤਰੀ ਰੂਪ ਦੇ ਵਿੱਚ ਕੰਮ ਕਰਦੇ ਆ, ਉਹ ਵੀ ਐਕਟਿੰਗ ਦੇ ਤੌਰ ਦੇ ਉੱਪਰ। ਗੁਲਜ਼ਾਰੀ ਲਾਲ ਨੰਦਾ। ਨੈਕਸਟ ਹੈ ਜੀ 79 ਨੰਬਰ, ਹੇਠ ਦਿੱਤਿਆਂ ਦੇ ਵਿੱਚੋਂ ਕੌਣ ਭਾਰਤ ਦਾ ਸਭ ਤੋਂ ਲੰਬੇ ਸਮੇਂ ਤੱਕ ਰਾਸ਼ਟਰਪਤੀ ਰਿਹਾ ਹੈ? ਨੀਲਮ ਸੰਜੀਵਾ ਰੈਡੀ, ਸ਼ੰਕਰ ਦਿਆਲ ਸ਼ਰਮਾ, ਰਜਿੰਦਰ ਪ੍ਰਸਾਦ ਜਾਂ ਆਰ ਵੈਂਕਟਾ ਰਮਨ? ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੋਨਾਂ ਦੇ ਵਿੱਚ ਸਭ ਤੋਂ ਅਧਿਕ ਲੰਬਾ ਜਿਹੜਾ ਸਫ਼ਰ ਤੈਅ ਕਰਨ ਵਾਲੇ ਜਾਂ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਜਿਹੜੇ ਉਹ ਪਹਿਲੇ ਕਾਰਜਕਾਲ ਵਾਲੇ ਹੀ ਹੈਗੇ ਨੇਗੇ, ਯਾਨੀ ਕਿ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਸਭ ਤੋਂ ਲੰਬੇ ਕਾਰਜਕਾਲ ਵਾਲੇ ਨੇ ਜਿਨ੍ਹਾਂ ਨੇ 10 ਸਾਲਾਂ ਦਾ ਜਿਹੜਾ ਹੈ ਕਾਰਜਕਾਲ ਨਿਭਾਇਆ ਸੀਗਾ। ਉਸੇ ਤਰੀਕੇ ਨਾਲ ਉਪ ਰਾਸ਼ਟਰਪਤੀ ਦੇ ਵਿੱਚ ਹੀ ਪਹਿਲਾ ਉਪ ਰਾਸ਼ਟਰਪਤੀ ਜਿਹੜਾ ਹੈ ਉਹ ਸਭ ਤੋਂ ਲੰਬੇ ਕਾਰਜਕਾਲ ਵਾਲਾ ਹੈ ਜਿਨ੍ਹਾਂ ਦਾ ਨਾਮ ਡਾਕਟਰ S ਰਾਧਾ ਕ੍ਰਿਸ਼ਨਾ ਸੀਗਾ, ਉਹ ਸਭ ਤੋਂ ਲੰਬੇ ਕਾਰਜਕਾਲ ਵਾਲੇ ਉਪ ਰਾਸ਼ਟਰਪਤੀ ਬਣ ਜਾਂਦੇ ਹੈਗੇ। ਡਾਕਟਰ ਰਜਿੰਦਰ ਪ੍ਰਸਾਦ ਸੀਗੇ ਜਿਹੜੇ ਕਿ ਬਿਹਾਰ ਤੋਂ ਸੀਗੇ ਜੀ, ਇਹ ਭਾਰਤ ਦੇ ਪਹਿਲੇ ਰਾਸ਼ਟਰਪਤੀ ਸੀਗੇ ਅਤੇ ਇਹਨਾਂ ਨੇ 1952 ਤੋਂ ਲੈ ਕੇ 62 ਤੱਕ ਜਿਹੜੀ ਹੈ ਉਹ ਸਰਵਿਸ ਸ਼ੁਰੂ ਕੀਤੀ ਸੀਗੀ। ਓਕੇ, ਇਹ ਇੱਕੋ ਇੱਕ ਇਹੋ ਜਿਹਾ ਰਾਸ਼ਟਰਪਤੀ ਨੇ ਜਿਹਨੇ 2 ਜਾਂ 2 ਤੋਂ ਵੱਧ ਸਾਲਾਂ ਦੇ ਜਿਹੜਾ ਹੈ 2 ਜਾਂ 2 ਤੋਂ ਵੱਧ ਕਾਰਜਕਾਲਾਂ ਦੀ ਜਿਹੜੇ ਹੈ ਭਾਰਤ ਦੀ ਸੇਵਾ ਕੀਤੀ ਐਜ਼ ਏ ਪ੍ਰੈਜ਼ੀਡੈਂਟ ਰੂਪ ਦੇ ਵਿੱਚ। ਇਹ ਭਾਰਤ ਦਾ ਪਹਿਲਾ ਰਾਸ਼ਟਰਪਤੀ ਸੀਗਾ ਜਿਹੜਾ ਕਿ 26 ਜਨਵਰੀ 1950 ਤੋਂ ਲੈ ਕੇ 13 ਮਈ 1962 ਤੱਕ ਸਾਡਾ ਭਾਰਤ ਦਾ ਰਾਸ਼ਟਰਪਤੀ ਰਿਹਾ ਸੀ। ਭਾਰਤ ਦਾ ਪਹਿਲਾ ਖੇਤੀਬਾੜੀ ਮੰਤਰੀ ਹੈ ਜਿਹੜਾ ਕਿ 15 ਅਗਸਤ 1947 ਤੋਂ ਲੈ ਕੇ 14 ਜਨਵਰੀ 1948 ਤੱਕ ਰਿਹਾ ਸੀਗਾ। ਭਾਰਤ ਦੀ ਸੰਵਿਧਾਨ ਸਭਾ ਦਾ ਪਹਿਲਾ ਸਥਾਈ ਮੈਂਬਰ ਹੈ ਜੀ ਇਹ ਜਿਹੜਾ ਕਿ 11 ਦਸੰਬਰ 1946 ਤੋਂ ਚੁਣਿਆ ਗਿਆ ਸੀ ਅਤੇ 24 ਜਨਵਰੀ 1950 ਤੱਕ ਜਿਹੜਾ ਹੈ ਇਸ ਦਾ ਪ੍ਰਧਾਨ ਦੇ ਰੂਪ ਦੇ ਵਿੱਚ ਰਹਿੰਦਾ ਹੈ ਸਥਾਈ ਤੌਰ ਦੇ ਉੱਪਰ, ਪਰਮਾਨੈਂਟ ਇਸ ਸਮੇਂ ਚੇਅਰਮੈਨ।
ਇਹਨੂੰ ਭਾਰਤ ਰਤਨ ਵੀ ਮਿਲਿਆ ਸੀਗਾ ਜੀ ਸਾਲ 1962 ਦੇ ਵਿੱਚ ਇਹਨਾਂ ਦੇ ਕੰਮਾਂ ਕਾਰਨ ਕਰਕੇ। ਇਹਨਾਂ ਦੀਆਂ ਕੁਝ ਪ੍ਰਸਿੱਧ ਰਚਨਾਵਾਂ ਵੀ ਰਹੀਆਂ ਨੇ, ਜਿਹਦੇ ਵਿੱਚ ਚੰਪਾਰਨ ਵਿਖੇ ਸੱਤਿਆਗ੍ਰਹਿ ਸਾਲ 1922 ਦੇ ਵਿੱਚ, ਭਾਰਤ ਦੀ ਵੰਡ 1946 ਦੇ ਵਿੱਚ, ਬਾਪੂ ਕੇ ਕਦਮਾਂ ਦੇ ਬੰਦੇ 1954 ਦੇ ਵਿੱਚ, ਅਤੇ ਇਹਨਾਂ ਦੀ ਇੱਕ ਆਤਮ ਕਥਾ ਰਹੀ ਹੈ ਸਾਲ 1946 ਦੇ ਵਿੱਚ, ਜੋ ਕਿ ਬਾਂਕੀਪੁਰ ਜੇਲ੍ਹ ਦੇ ਵਿੱਚ ਨੇ 3 ਸਾਲ ਦੀ ਕੈਦ ਦੇ ਦੌਰਾਨ ਇਹਨਾਂ ਨੇ ਲਿਖੀ ਸੀਗੀ। ਓਕੇ, ਨੈਕਸਟ ਹੈ ਜੀ ਅਗਲਾ ਲਾਸਟ ਕੁਐਸਚਨ, ਭਾਰਤ ਦੀ ਸੈਨਾ ਦਾ ਸੁਪਰੀਮ ਕਮਾਂਡਰ ਕੌਣ ਹੁੰਦਾ ਹੈ? ਪ੍ਰਧਾਨ ਮੰਤਰੀ ਹੁੰਦਾ ਹੈ, ਰੱਖਿਆ ਮੁਖੀ ਹੁੰਦਾ ਹੈ, ਭਾਰਤ ਦਾ ਚੋਣ ਕਮਿਸ਼ਨਰ ਹੁੰਦਾ ਹੈ, ਜਾਂ ਰਾਸ਼ਟਰਪਤੀ? ਭਾਰਤ ਦੀ ਸੈਨਾ ਦਾ ਸੁਪਰੀਮ ਕਮਾਂਡਰ ਜਿਹੜਾ ਹੈ ਜੀ ਉਹ ਰਾਸ਼ਟਰਪਤੀ ਹੁੰਦਾ ਹੈਗਾ ਗਾ। ਸੋ ਭਾਰਤ ਦੀਆਂ ਤਿੰਨੋਂ ਹੀ ਜਿਹੜੀਆਂ ਕਹਿ ਸਕਦੇ ਆ ਸੈਨਾਵਾਂ ਨੇਗੀਆਂ, ਜਿਸ ਦੇ ਵਿੱਚ ਜਲ ਸੈਨਾ, ਵਾਯੂ ਸੈਨਾ ਅਤੇ ਥਲ ਸੈਨਾ, ਤਿੰਨਾਂ ਸੈਨਾਵਾਂ ਦਾ ਜਿਹੜਾ ਕਮਾਂਡਰ ਇਨ ਚੀਫ ਹੁੰਦਾ ਹੈ ਜੀ ਉਹ ਰਾਸ਼ਟਰਪਤੀ ਹੁੰਦਾ ਹੈ। ਸੋ ਵਰਤਮਾਨ ਸਮੇਂ ਜਿਹੜਾ ਹੈ ਦ੍ਰੋਪਦੀ ਮੁਰਮੂ ਜਿਹੜੇ ਹੈਗੇ ਨੇਗੇ ਉਹ ਵਰਤਮਾਨ ਸਮੇਂ ਭਾਰਤ ਦੀ ਸੁਪਰੀਮ ਕਮਾਂਡਰ ਹੈਗੇ ਨੇ, ਜੋ ਕਿ ਤਿੰਨੋਂ ਸੈਨਾਵਾਂ ਦੇ ਲੀਡਰ ਦੇ ਰੂਪ ਦੇ ਵਿੱਚ ਕੰਮ ਕਰਦੇ ਆ, ਕਮਾਂਡਰ ਦੇ ਰੂਪ ਦੇ ਵਿੱਚ ਕੰਮ ਕਰਦੇ ਹੈਗੇ ਆ। ਓਕੇ, ਇਹ ਸੀ ਆਪਣਾ ਇਹਦਾ ਸੈਸ਼ਨ ਜਿਸ ਦੇ ਵਿੱਚ ਆਪਾਂ 20 MCQ ਡਿਸਕਸ ਕੀਤੇ ਆ। ਉਮੀਦ ਕਰਦਾ ਤੁਹਾਡੇ ਸਾਰਿਆਂ ਲਈ ਕਾਫੀ ਹੈਲਪਫੁਲ ਰਹੇ ਹੋਣਗੇ। ਸੋ ਮੰਡੇ ਤੋਂ ਜਿਹੜੀ ਕਲਾਸ ਆਪਾਂ ਉਹ ਲਾਈਵ ਕਰ ਲਵਾਂਗੇ। ਸੋ ਇੰਟਰਨੈਟ ਪ੍ਰੋਬਲਮ ਕਰਕੇ ਆਪਾਂ ਲਾਈਵ ਕਲਾਸ ਜਿਹੜੀ ਉਹ ਨਹੀਂ ਲਗਾ ਪਾਏ ਸੀ। ਸੋ ਉਮੀਦ ਕਰਦਾ ਤੁਹਾਡੇ ਲਈ ਸਾਰਿਆਂ ਲਈ ਸੈਸ਼ਨ ਹੈਲਪਫੁਲ ਰਿਹਾ ਹੋਵੇਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰਦੇ ਹੋ। ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਨਵੇਂ ਹੁੰਦੇ ਆ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।